ਸਭ ਤੋਂ ਪਹਿਲਾਂ ਤੇ ਮੈਂ ਕੇਂਦਰੀ ਮੰਤਰੀ ਨੂੰ ਇਹ ਪੁੱਛਣਾ ਚਾਹੁੰਦੀ ਆ ਮਨਾਕਸ਼ੀ ਜੀ ਨੂੰ, ਜੇ ਅਸੀਂ ਕਿਸਾਨ ਨਹੀਂ ਸੀਗੇ ਤੇ ਸਾਨੂੰ ਅਲਾਉ ਕਿਉਂ ਕੀਤਾ ਕੱਲ ਆਉਣ ਵਾਸਤੇ? ਸਾਨੂੰ ਉੱਥੇ ਪਾਰਲੀਮੈਂਟ ਲਾਉਣ ਕਾਹਤੋਂ ਦਿੱਤੀ? ਸਾਨੂੰ ਇੰਨੀ ਸਿਕਿਉਰਿਟੀ ਕਾਹਦੀ ਦਿੱਤੀ ਸੀਗੀ? ਤੁਸੀਂ ਲੋਕੀ ਸਾਡੇ ਤੋਂ ਡਰਦੇ ਹੋ। ਔਰ ਉੱਥੇ ਕੱਲ ਜਦੋਂ ਅਸੀਂ ਬੈਠੇ ਸੀਗੇ ਪਾਰਲੀਮੈਂਟ ਲਾਈ ਸੀਗੀ, ਸਾਡੇ ਕੋਲ 20 ਲਗਭਗ ਐਮਪੀ ਜਿਹੜੇ ਕੇਰਲਾ ਦੇ ਆਏ ਸੀਗੇ ਉੱਥੇ ਸਮਰਥਨ ਦੇਣ ਵਾਸਤੇ। ਕੀ ਗੱਲ ਉਹ ਐਮਪੀ ਵੀ ਝੂਠੇ ਨੇ? ਤੁਸੀਂ ਆਪਣੇ ਪ੍ਰਧਾਨ ਮੰਤਰੀ ਤੋਂ ਪੁੱਛੋ ਵੀ ਕੀ ਗੱਲ ਪ੍ਰਧਾਨ ਮੰਤਰੀ ਨੂੰ ਜੇ ਅਸੀਂ ਮਵਾਲੀ ਲੱਗਦੇ ਆ ਤੇ ਮਵਾਲੀਆਂ ਨੂੰ ਇਸ ਤਰੀਕੇ ਦਾ ਟ੍ਰੀਟਮੈਂਟ ਦੇ ਕੇ ਐਵੇਂ ਸੱਦਿਆ ਜਾਂਦਾ ਆ? ਮਵਾਲੀਆਂ ਤੋਂ ਇੰਨਾ ਡਰਿਆ ਜਾਂਦਾ ਆ? ਜੇ ਅਸੀਂ ਮਵਾਲੀ ਆ ਤੇ ਫਿਰ ਚੱਕ ਕੇ ਜੇਲ੍ਹ 'ਚ ਪਾ ਦਿੰਦੇ ਸਾਨੂੰ। ਨੈਸ਼ਨਲ ਮੀਡੀਆ ਪਾਗਲ ਆ ਜਿਹੜਾ ਕਿਸਾਨਾਂ ਨੂੰ ਸਪੋਰਟ ਕਰ ਰਿਹਾ ਹੈ ਇਸ ਟਾਈਮ ਦੇ ਉੱਤੇ। ਬਸ ਤੁਸੀਂ ਸਹੀ ਰਹਿ ਗਏ। ਮੈਨੂੰ ਲੱਗਦਾ ਵੀ ਤੁਹਾਡੇ ਵਰਗੇ ਲੋਕਾਂ ਦਾ ਦਿਮਾਗ ਫਿਰ ਚੁੱਕਿਆ ਹੈ। ਤੁਹਾਨੂੰ ਮੰਤਰੀ ਪਦ ਤੋਂ ਹਟਾਉਣਾ ਚਾਹੀਦਾ ਹੈ। ਜਾਂਦੇ ਵੀ ਆ ਪਿੰਡਾਂ ਦੇ ਵਿੱਚ, ਆਉਂਦੇ ਵੀ ਆਪਣੇ ਕੰਮ ਵੀ ਸਾਂਭਦੇ ਆ। ਤੁਹਾਡੇ ਵਾਂਗੂ ਨਹੀਂ ਆ ਏਸੀ ਦੇ ਕਮਰੇ ਦੇ ਵਿੱਚ ਬਹਿਣਾ ਤੇ ਜਾ ਕੇ ਆ ਕੇ ਸੱਜ ਸੁੱਜ ਕੇ ਕਿੰਨੇ 2 ਕਿਲੋ ਮੇਕਅਪ ਮੂੰਹ ਦੇ ਉੱਤੇ ਲਾ ਕੇ ਆਪਣੀ ਸਟੇਟਮੈਂਟ ਦੇ ਦੇਣਾ। ਕਿ ਇਹੋ ਜਿਹੇ ਪੋਲੀਟੀਸ਼ੀਅਨਸ ਤੋਂ ਤੁਸੀਂ ਕੀ ਐਕਸਪੈਕਟ ਕਰ ਸਕਦੇ ਹੋ ਇਸ ਮੂਮੈਂਟ ਆਫ ਟਾਈਮ ਤੇ, ਜਿਨ੍ਹਾਂ ਨੂੰ ਆਪਣੇ ਸੀਐਮ ਬਣਨ ਦਾ ਚਾਅ ਚੜਿਆ ਹੋਇਆ ਆ। ਔਰ ਉਹਨਾਂ ਲੋਕਾਂ ਦੇ ਮੈਨੂੰ ਨਾਰਾਜ਼ਗੀ ਆ ਜਿਹੜੇ ਲੋਕੀ ਬੱਸਾਂ ਭਰ ਕੇ ਉੱਥੇ ਗਏ ਨੇ। ਕੀ ਗੱਲ ਉਹਨਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ? ਪਹਿਲੇ ਜਥੇ ਦੇ ਵਿੱਚ ਉਹੀ ਲੋਕੀ ਗਏ ਸੀਗੇ ਜਿਹੜੇ ਮੈਂਟਲੀ ਪ੍ਰੀਪੇਅਰਡ ਸੀਗੇ ਕਿ ਸਾਨੂੰ ਕੁਝ ਵੀ ਹੋ ਸਕਦਾ ਹੈ, ਸਰਕਾਰ ਸਾਡੇ ਨਾਲ ਕਿਸੇ ਵੀ ਤਰੀਕੇ ਦਾ ਵਰਤੀਰਾ ਕਰ ਸਕਦੀ ਹੈ, ਗੋਲੀ ਵੀ ਮਾਰ ਸਕਦੀ ਹੈ, ਜੇਲ੍ਹ 'ਚ ਵੀ ਪਾ ਸਕਦੀ ਹੈ। ਬਿਨਾ ਚੱਪਲ ਪਾਇਆ, ਬਿਨਾ ਪਰਵਾਹ ਕੀਤਿਆਂ, ਬਿਨਾ ਮੱਛਰ ਕਦੀ ਉਹ ਇੱਕ ਪਿੱਛੇ ਬਾਬਾ ਜੀ ਵੇਖੇ ਸੀਗੇ ਤਰਪਾਲ ਵੀ ਉੱਡੀ ਪਈ ਸੀਗੀ, ਬਿਨਾ ਫਿਕਰੇ ਬਸ ਮੰਜੀ ਦੇ ਉੱਤੇ ਬੈਠੇ ਸੀਗੇ। ਮੈਂ ਸੋਚਦੀ ਹਾਂ ਵੀ ਆਪਾਂ ਕਿੰਨੇ ਸੈਲਫਿਸ਼ ਆ ਆਪਣੀ ਸ਼ਾਪਿੰਗ ਤੇ ਆਪਣੀਆਂ ਚੀਜ਼ਾਂ ਦੇ ਉੱਤੇ ਇੰਨੇ ਪੈਸੇ ਖਰਚ ਕਰ ਦਿੰਦੇ ਆ ਸਾਰੀਆਂ ਚੀਜ਼ਾਂ ਤੇ। ਲੁੱਕ ਐਟ them, ਜਦੋਂ ਤੁਸੀਂ ਇੱਥੇ ਰਹਿੰਦੇ ਹੋ, ਜਦੋਂ ਤੁਸੀਂ ਉਹਨਾਂ ਦੀ ਪੇਨ ਦੇਖਦੇ ਹੋ, ਸਾਰੀਆਂ ਚੀਜ਼ਾਂ ਦੇਖਦੇ ਹੋ, ਫਿਰ ਤੁਸੀਂ ਦੇਖਦੇ ਹੋ ਵੀ ਕਿੰਨੇ ਗੰਦੇ ਪੋਲੀਟੀਸ਼ੀਅਨਸ ਆ। ਦੇ ਪਲੇ ਵਿਦ देयर ਇਮੋਸ਼ਨ। ਸਾਰਿਆਂ ਦੀਆਂ ਕਰਤੂਤਾਂ ਹੈਗੀਆਂ ਨੇ ਕੀ ਕਿੰਨੇ ਕੀਤਾ ਹੈ। ਸ਼ਰਾਬ ਦੇ ਠੇਕੇ, ਮਾਈਨਿੰਗ ਦਾ ਬਿਜ਼ਨਸ, ਜਿਨ੍ਹਾਂ ਲੋਕਾਂ ਨੂੰ ਲੁੱਟ ਕੇ ਖਾ ਲਿਆ। ਜੇ ਸਿੱਧੂ ਅੱਜ ਨਵਜੋਤ ਸਿੰਘ ਸਿੱਧੂ ਉਹੀ ਐਮਐਲਏਸ ਨੂੰ ਸਮਰਥਨ ਲੈ ਕੇ ਪ੍ਰਧਾਨ ਬਣਦਾ ਪਿਆ। ਅਮਰਿੰਦਰ ਸਿੰਘ ਦੇ ਕੋਲ ਵੀ ਤੇ ਉਹੀ ਐਮਐਲਏ ਸੀਗੇ ਜਿਹੜੇ 4 ਸਾਲਾਂ ਤੋਂ ਕਰਪਸ਼ਨ ਕਰ ਰਹੇ ਸੀਗੇ, ਜਿਹੜੇ ਲੋਕਾਂ ਨੂੰ ਲੁੱਟਾਂ ਖੋਹਾਂ ਕਰ ਰਹੇ ਸੀਗੇ, ਜਿਹੜੇ ਮਾਈਨਿੰਗ ਦੇ ਬਿਜ਼ਨਸ ਕਰ ਰਹੇ ਸੀਗੇ, ਇਹੋ ਜਿਹਾ ਕੁਝ ਬਲੈਕ ਦਾ ਕੰਮ ਕਰ ਰਹੇ ਸੀਗੇ। ਜਦੋਂ ਬੀਜੇਪੀ ਦੇ ਸਟਾਰ ਕੈਂਪੇਨਰ ਬਣੇ ਸੀਗੇ, ਜਦੋਂ ਉਹਨਾਂ ਨੇ ਰਾਹੁਲ ਗਾਂਧੀ ਨੂੰ ਪੱਪੂ ਕਿਹਾ ਸੀਗਾ, ਜਦੋਂ ਉਹਨਾਂ ਨੇ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਜਿਨ੍ਹਾਂ ਦੀ ਮੈਂ ਬਹੁਤ ਰਿਸਪੈਕਟ ਕਰਦੀ ਹਾਂ ਮਨਮੋਹਨ ਸਿੰਘ, ਉਹਨਾਂ ਨੇ ਕਿਹਾ ਸੀਗਾ ਹੀ ਇਜ਼ ਸੋਨੀਆ ਗਾਂਧੀਜ਼ ਪਪੇਟ। ਰਾਜਨੀਤੀ ਦੇ ਵਿੱਚ ਆਉਂਗੇ ਕੌਣ ਤੁਸੀਂ? ਸਤਿ ਸ੍ਰੀ ਅਕਾਲ। ਐਫਆਈਆਈ ਮੀਡੀਆ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਤੇ ਮੈਂ ਜਤਿੰਦਰ ਸਿੰਘ। ਕਿਸਾਨਾਂ ਦੀ ਸੰਸਦ ਦਾ ਅੱਜ ਦੂਸਰਾ ਦਿਨ ਹੈ। ਜੰਤਰ ਮੰਤਰ ਤੇ ਕਿਸਾਨਾਂ ਦੀ ਸੰਸਦ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੈ ਔਰ ਦੂਸਰੇ ਪਾਸੇ ਦਿੱਲੀ ਦੇ ਵੱਖ-ਵੱਖ ਸਰਹੱਦਾਂ ਦੇ ਉੱਤੇ ਕਿਸਾਨ ਜਿਹੜੇ ਨੇ ਉਹ ਆਪਣਾ ਮੋਰਚਾ ਲਗਾ ਕੇ ਉਸੇ ਤਰ੍ਹਾਂ ਹੀ ਡਟੇ ਹੋਏ ਆ। ਪਰ ਇਸ ਸਭ ਦੇ ਵਿਚਾਲੇ ਕੁਝ ਗੱਲਾਂ ਜਿਹੜੀਆਂ ਨੇ ਉਹ ਇਹ ਵੀ ਨਿਰਾਸ਼ ਕਰਨ ਵਾਲੀਆਂ ਹੈ ਕਿ ਹੁਣ ਸਿਆਸਤ 2022 ਨੂੰ ਲੈ ਕੇ ਸ਼ੁਰੂ ਹੋ ਚੁੱਕੀ ਹੈ। ਸਿਆਸਤਦਾਨ ਜਿਹੜੇ ਆ ਉਹ ਆਪਣੀਆਂ ਰੋਟੀਆਂ ਸੇਕਣੀਆਂ ਸ਼ੁਰੂ ਕਰ ਚੁੱਕੇ ਆ ਤੇ ਲੋਕਾਂ ਦਾ ਵੀ ਰੁਝਾਨ ਜਿਹੜਾ ਕੁਝ ਨਾ ਕੁਝ ਉਧਰਲੇ ਪਾਸੇ ਨੂੰ ਹੋਣਾ ਸ਼ੁਰੂ ਹੋ ਗਿਆ। ਇਸ ਤੋਂ ਇਲਾਵਾ ਭਾਜਪਾ ਵਾਲੇ ਲਗਾਤਾਰ ਬਿਆਨਬਾਜ਼ੀ ਕਰ ਰਹੇ ਆ ਕਿਸਾਨਾਂ ਦੇ ਖਿਲਾਫ। ਬਿਆਨਬਾਜ਼ੀ ਪਹਿਲਾਂ ਵੀ ਹੁੰਦੀ ਰਹੀ ਤੇ ਇੱਕ ਵਾਰ ਫੇਰ ਹੁਣ ਕੇਂਦਰੀ ਮੰਤਰੀ ਦਾ ਜੋ ਬਿਆਨ ਆਇਆ ਹੈ ਕਿ ਉੱਥੇ ਕਿਸਾਨ ਨਹੀਂ ਉੱਥੇ ਮਵਾਲੀ ਬੈਠੇ ਆ। ਇਹਨਾਂ ਗੱਲਾਂ ਦੇ ਕੀ ਅਰਥ ਨਿਕਲਦੇ ਆ, ਅੱਜ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਅਦਾਕਾਰ ਸੋਨੀਆ ਮਾਨ। ਅਸੀਂ ਟਿੱਕਰੀ ਬਾਰਡਰ ਤੇ ਪਹੁੰਚੇ ਔਰ ਉੱਥੇ ਸੋਨੀਆ ਮਾਨ ਦੇ ਨਾਲ ਜਿਹੜੀ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਜਿਹੜੇ ਲੋਕ ਹੈ ਜਾਂ ਪੰਜਾਬ ਦੀ ਜੋ ਸਿਆਸਤ ਹੈ ਜਾਂ ਫਿਰ ਭਾਜਪਾ ਵਾਲਿਆਂ ਦੀ ਜੋ ਬਿਆਨਬਾਜ਼ੀ ਹੈ ਉਹਦੇ ਕੀ ਮਤਲਬ ਨੇ, ਕੀ ਕੁਝ ਜਿਹੜਾ ਹੁਣ ਇਹਨਾਂ ਨੂੰ ਲੱਗਦਾ ਹੈ ਕਿ ਇਹ ਇਹਨਾਂ ਦੀ ਸੋਚ ਜਿਹੜੀ ਆ ਸਿਆਸਤ ਦੇ ਬਾਬਤ ਕੀ ਕੁਝ ਕਹਿੰਦੀ ਹੈ। ਸਭ ਤੋਂ ਪਹਿਲਾਂ ਸੋਨੀਆ ਜੀ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਆਪਾਂ ਸਭ ਤੋਂ ਪਹਿਲਾਂ ਭਾਜਪਾ ਤੋਂ ਸ਼ੁਰੂ ਕਰ ਲੈਂਦੇ ਆ। ਲਗਾਤਾਰ ਕਿਸਾਨ ਪਹਿਲਾਂ ਇਹ ਸਮਝਾਉਂਦੇ ਰਹੇ ਕਿ ਖੇਤੀ ਕਾਨੂੰਨ ਜਿਹੜੇ ਨੇ ਉਹ ਮਾੜੇ ਕਿਉਂ ਹੈ। ਮੀਟਿੰਗਾਂ ਵੀ ਚੱਲੀਆਂ, ਉੱਥੇ ਵੀ ਸਮਝਾਇਆ ਗਿਆ। ਇਸ ਤੋਂ ਇਲਾਵਾ ਬਿਆਨਬਾਜ਼ੀ ਜਿਹੜੀ ਉਹਨਾਂ ਵੱਲੋਂ ਲਗਾਤਾਰ ਕੀਤੀ ਜਾਂਦੀ ਰਹੀ ਕਿ ਉੱਥੇ ਖਾਲਿਸਤਾਨੀ ਬੈਠੇ ਆ, ਵੱਖਵਾਦੀ ਬੈਠੇ ਆ, ਉੱਥੇ ਲੋਕਾਂ ਨੂੰ ਤੋੜਨ ਵਾਲੇ ਲੋਕ ਬੈਠੇ ਆ। ਹੁਣ ਤਾਜ਼ਾ ਬਿਆਨ ਜੋ ਆਇਆ ਕੇਂਦਰੀ ਮੰਤਰੀ ਦਾ ਕਿ ਉੱਥੇ ਕਿਸਾਨ ਨਹੀਂ ਮਵਾਲੀ ਬੈਠੇ ਆ, ਇਸ ਨੂੰ ਕਿਸ ਤਰ੍ਹਾਂ ਵੀ? ਸਭ ਤੋਂ ਪਹਿਲਾਂ ਤੇ ਮੈਂ ਕੇਂਦਰੀ ਮੰਤਰੀ ਨੂੰ ਇਹ ਪੁੱਛਣਾ ਚਾਹੁੰਦੀ ਆ ਮਨਾਕਸ਼ੀ ਜੀ ਨੂੰ, ਜੇ ਅਸੀਂ ਕਿਸਾਨ ਨਹੀਂ ਸੀਗੇ ਤੇ ਸਾਨੂੰ ਅਲਾਉ ਕਿਉਂ ਕੀਤਾ ਕੱਲ ਆਉਣ ਵਾਸਤੇ?
ਸਾਨੂੰ ਉੱਥੇ ਪਾਰਲੀਮੈਂਟ ਲਾਉਣ ਕਾਤੋਂ ਦਿੱਤੀ? ਸਾਨੂੰ ਇੰਨੀ ਸਿਕਿਉਰਿਟੀ ਕਾਹਦੀ ਦਿੱਤੀ ਸੀਗੀ? ਤੁਸੀਂ ਲੋਕੀ ਸਾਡੇ ਤੋਂ ਡਰਦੇ ਹੋ? ਪੂਰੇ ਦਿੱਲੀ ਦੀ ਪੁਲਿਸ ਤੁਸੀਂ ਉੱਥੇ ਲਾਈ ਹੋਈ ਸੀਗੀ ਸਾਡੀਆਂ ਬੱਸਾਂ ਦੇ ਅੱਗੇ ਪਿੱਛੇ, ਔਰ ਇੱਥੇ 7-8 ਮਹੀਨੇ ਹੋ ਚੱਲੇ ਆ ਸਾਨੂੰ ਇੱਥੇ ਬੈਠਿਆਂ ਨੂੰ, ਟਿਕਰੀ ਬਾਰਡਰ ਦੇ ਉੱਤੇ, ਸਿੰਘੂ ਬਾਰਡਰ ਦੇ ਉੱਤੇ, ਪਲਵਲ ਬਾਰਡਰ ਦੇ ਉੱਤੇ, ਗਾਜ਼ੀਪੁਰ ਬਾਰਡਰ ਦੇ ਉੱਤੇ, ਸਾਂਝਾਪੁਰ ਬਾਰਡਰ ਦੇ ਉੱਤੇ। ਦੁਨੀਆ ਭਰ ਦੇ ਕਿਸਾਨ ਇੱਥੇ ਬੈਠੇ ਨੇ ਆ ਕੇ, ਔਰ ਉੱਥੇ ਕੱਲ ਜਦੋਂ ਅਸੀਂ ਬੈਠੇ ਸੀਗੇ, ਪਾਰਲੀਮੈਂਟ ਲਾਈ ਸੀਗੀ, ਸਾਡੇ ਕੋਲ 20 ਲਗਭਗ MP ਜਿਹੜੇ ਕੇਰਲਾ ਦੇ ਆਏ ਸੀਗੇ ਉੱਥੇ ਸਮਰਥਨ ਦੇਣ ਵਾਸਤੇ। ਕੀ ਗੱਲ ਉਹ MP ਵੀ ਝੂਠੇ ਨੇ? ਉਹ ਵੀ ਸਾਨੂੰ ਕਿਸਾਨ ਨਹੀਂ ਸਮਝਦੇ? ਜੇ ਤੁਸੀਂ ਸਭ ਤੋਂ ਪਹਿਲਾਂ ਤੇ ਤੁਸੀਂ ਆਪ ਹੀ ਕਨਫਿਊਜ਼ ਹੋ। ਤੁਸੀਂ ਆਪਣੇ ਪ੍ਰਧਾਨ ਮੰਤਰੀ ਤੋਂ ਪੁੱਛੋ ਵੀ ਕੀ ਗੱਲ ਪ੍ਰਧਾਨ ਮੰਤਰੀ ਨੂੰ ਜੇ ਅਸੀਂ ਮਵਾਲੀ ਲੱਗਦੇ ਆ ਤੇ ਮਵਾਲੀਆਂ ਨੂੰ ਇਸ ਤਰੀਕੇ ਦਾ ਟ੍ਰੀਟਮੈਂਟ ਦੇ ਕੇ ਐਵੇਂ ਸੱਦਿਆ ਜਾਂਦਾ ਆ? ਮਵਾਲੀਆਂ ਤੋਂ ਇੰਨਾ ਡਰਿਆ ਜਾਂਦਾ ਆ? ਜੇ ਅਸੀਂ ਮਵਾਲੀ ਆ ਤੇ ਫਿਰ ਚੱਕ ਕੇ ਜੇਲ੍ਹ 'ਚ ਪਾ ਦਿੰਦੇ ਸਾਨੂੰ। ਮਵਾਲੀ ਜੇ ਸਾਨੂੰ ਦੱਸ ਰਿਹਾ ਅਸੀਂ ਕਿਸਾਨ ਨਹੀਂ ਹੈਗੇ, ਕਿਸਾਨ ਖੇਤਾਂ ਦੇ ਵਿੱਚ ਬੈਠੇ ਹੈ, ਤੇ ਫਿਰ ਠੀਕ ਹੈ। ਫਿਰ ਸਾਡੇ ਵਾਸਤੇ ਜਿਹੜੇ ਪਾਰਲੀਮੈਂਟ ਦੇ ਵਿੱਚ ਜਿਹੜੇ ਸਾਡੇ ਪੰਜਾਬ ਦੇ MP ਆ, ਭਾਵੇਂ ਉਹ ਕਾਂਗਰਸ ਦੇ ਹੋਣ, ਅਕਾਲੀ ਦਲ ਦੇ ਹੋਣ, ਆਪ ਦੇ ਹੋਣ, ਸਾਰੇ ਸਾਡੇ ਵਾਸਤੇ ਆਵਾਜ਼ ਕਿਉਂ ਚੁੱਕ ਰਹੇ ਨੇ? ਉਹ ਪਾਗਲ ਆ, ਉਹ ਮਵਾਲੀਆਂ ਵਾਸਤੇ ਆਵਾਜ਼ ਚੁੱਕ ਰਹੇ ਨੇ। ਕੱਲ ਮੈਂ ਜਿੰਨੇ ਦਿਨ ਤੋਂ ਇਹਨਾਂ ਦੀ ਸੰਸਦ ਚਾਲੂ ਹੋਈ ਹੈ ਉਹਨੇ ਦਿਨ ਤੋਂ ਕੰਟੀਨਿਊਸਲੀ ਮੈਂਬਰ ਆਫ ਪਾਰਲੀਮੈਂਟ ਜਿੰਨੇ ਵੀ ਪੰਜਾਬ ਦੇ ਹੈ, ਭਾਵੇਂ ਜਿੰਨੇ ਸਾਨੂੰ ਸਮਰਥਨ ਦੇ ਰਹੇ ਨੇ ਡਿਫਰੈਂਟ ਸਟੇਟਸ ਤੋਂ, ਉਹ ਪਾਗਲ ਨੇ। ਉਹ ਵੀ ਫਿਰ ਮਵਾਲੀਆਂ ਦੀ ਕਿਉਂ ਕਹਿੰਦੇ ਉਹਨਾਂ ਦੀ ਕਿਉਂ ਗੱਲ ਕਰ ਰਹੇ ਨੇ? ਉਹ ਕਿਸਾਨਾਂ ਦੀ ਕਿਉਂ ਗੱਲ ਕਰ ਰਹੇ ਨੇ? ਇੰਟਰਨੈਸ਼ਨਲ ਮੀਡੀਆ ਪਾਗਲ ਆ ਜਿਹੜਾ ਕਿਸਾਨਾਂ ਨੂੰ ਸਪੋਰਟ ਕਰ ਰਿਹਾ ਹੈ ਇਸ ਟਾਈਮ ਦੇ ਉੱਤੇ। ਬਸ ਤੁਸੀਂ ਸਹੀ ਰਹਿ ਗਏ। ਮੈਨੂੰ ਲੱਗਦਾ ਵੀ ਤੁਹਾਡੇ ਵਰਗੇ ਲੋਕਾਂ ਦਾ ਦਿਮਾਗ ਫਿਰ ਚੁੱਕਿਆ ਹੈ, ਤੁਹਾਨੂੰ ਮੰਤਰੀ ਪਦ ਤੋਂ ਹਟਾਉਣਾ ਚਾਹੀਦਾ ਹੈ। ਮੀਨਾਕਸ਼ੀ ਕੇਂਦਰੀ ਮੰਤਰੀ ਨੇ ਉਹਨਾਂ ਨੇ ਇਹ ਬਿਆਨ ਦਿੱਤਾ, ਉਹਨਾਂ ਦਾ ਤਰਕ ਪਤਾ ਕੀ ਸੀਗਾ? ਤਰਕ ਇਹ ਦੇ ਰਿਹਾ ਕਿ ਜਿਹੜੇ ਕਿਸਾਨ ਇੱਥੇ ਬੈਠੇ ਹੋਏ ਆ ਬਾਰਡਰਾਂ ਤੇ, ਉਹ ਆਪਣਾ ਕੰਮਕਾਰ ਛੱਡ ਕੇ ਬੈਠੇ ਆ, ਪਰ ਜਿਹੜਾ ਅਸਲੀ ਕਿਸਾਨ ਹੈ ਉਹ ਤਾਂ ਆਪਣੇ ਖੇਤਾਂ ਦੇ ਵਿੱਚ ਹੁੰਦਾ, ਉਹਦੇ ਕੋਲ ਤਾਂ ਇੰਨਾ ਸਮਾਂ ਨਹੀਂ ਕਿ ਇਸ ਤਰ੍ਹਾਂ ਬਾਰਡਰਾਂ ਦੇ ਉੱਤੇ ਬੈਠ ਜਾਵੇ। ਵੇਖੋ ਜੀ, ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦੀ ਆ, ਉਹ ਪਹਿਲਾ ਜਵਾਬ ਤੇ ਮੈਂ ਦੇ ਚੁੱਕੀ ਆ ਕਿ ਉਹਨਾਂ ਦੀ ਜਿਹੜੀ ਟਿੱਪਣੀ ਹੈ ਉਹਦੇ ਵਾਸਤੇ। ਦੂਜਾ ਮੈਂ ਕਹਿਣਾ ਚਾਹੁੰਦੀ ਆ ਜਿਹੜੇ ਕਿਸਾਨ ਆ ਨਾ, ਆਉਂਦੇ ਜਾਂਦੇ ਰਹਿੰਦੇ ਆ, ਜਾਂਦੇ ਵੀ ਆ ਪਿੰਡਾਂ ਦੇ ਵਿੱਚ, ਆਉਂਦੇ ਵੀ, ਆਪਣੇ ਕੰਮ ਵੀ ਸਾਂਭਦੇ ਆ। ਤੁਹਾਡੇ ਵਾਂਗੂ ਨਹੀਂ ਆ AC ਦੇ ਕਮਰੇ ਦੇ ਵਿੱਚ ਬਹਿਣਾ ਤੇ ਜਾ ਕੇ ਆ ਕੇ ਸੱਜ ਸੁੱਜ ਕੇ ਕਿੰਨੇ 2 ਕਿਲੋ ਮੇਕਅਪ ਮੂੰਹ ਦੇ ਉੱਤੇ ਲਾ ਕੇ ਆਪਣੀ ਸਟੇਟਮੈਂਟ ਦੇ ਦੇਣੀ। ਹੁਣ ਆਪਾਂ ਗੱਲ ਪੰਜਾਬ ਦੀ ਸਿਆਸਤ ਦੀ ਵੀ ਨਾਲ ਲੱਗਦੇ ਹੱਥੀ ਕਰ ਲਈਏ। ਇੱਕ ਪਾਸੇ ਇੱਥੇ ਮੋਰਚਾ ਜਿਹੜਾ ਉਹ ਲਗਾਤਾਰ ਕਿੰਨੇ ਸਮੇਂ ਤੋਂ ਚੱਲ ਰਿਹਾ ਹੈ। ਜਿਸ ਤਰ੍ਹਾਂ ਤੁਸੀਂ ਵੀ ਦੱਸ ਰਹੇ ਹੋ, ਕਿਸਾਨ ਆਉਂਦੇ ਆ, ਚਲੇ ਜਾਂਦੇ, ਆਪਣੇ ਘਰਾਂ ਦੇ ਵਿੱਚ ਕੰਮਕਾਰ ਵੀ ਸਾਂਭਣੇ ਆ, ਉੱਥੇ ਵੀ ਕੰਮ ਕਰਨਾ ਜਿਹੜਾ ਉਹ ਔਖਾ ਖੇਤਾਂ ਦੇ ਵਿੱਚ, ਇੱਥੇ ਬੈਠਣਾ ਵੀ ਔਖਾ ਆ ਕਿਉਂਕਿ ਘਰ-ਬਾਰ ਸਾਰਾ ਕੁਝ ਛੱਡਿਆ ਹੋਇਆ। ਆਪਾਂ ਚਲੋ ਇਹ ਆਸ਼ਿਆਨੇ ਬਣਾ ਲਏ ਆ, ਪਰ ਇੱਥੇ ਵੀ ਕਈ ਵਾਰ ਦਿੱਕਤਾਂ ਜਿਹੜੀਆਂ ਉਹ ਖੜੀਆਂ ਹੁੰਦੀਆਂ। ਦੂਸਰੇ ਪਾਸੇ ਸਿਆਸਤਦਾਨ ਜਿਹੜੇ ਆ ਉਹ ਆਪਣੀਆਂ ਰੋਟੀਆਂ ਸੇਕ ਰਹੇ ਆ। ਹੁਣ ਨਵਜੋਤ ਸਿੰਘ ਸਿੱਧੂ ਦੀ ਜੇਕਰ ਆਪਾਂ ਗੱਲ ਕਰੀਏ, ਤਾਜਪੋਸ਼ੀ ਜਿਹੜੀ ਆ ਉਹਨਾਂ ਦੀ ਚੰਡੀਗੜ੍ਹ ਦੇ ਵਿੱਚ ਹੋ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਨਾਲ 36 ਦਾ ਅੰਕੜਾ ਚੱਲ ਰਿਹਾ ਸੀ, ਇੱਕ ਦੂਸਰੇ ਦੇ ਖਿਲਾਫ ਬਿਆਨਬਾਜ਼ੀਆਂ ਵੀ ਕਰਦੇ ਰਹੇ। ਅੱਜ ਤਾਂ ਇਕੱਠੇ ਹੋ ਕੇ ਉੱਥੇ ਜਿਹੜੀਆਂ ਉਹ ਜੱਫੀਆਂ ਵੀ ਪੈ ਰਹੀਆਂ ਨੇ, ਇੱਕ ਦੂਸਰੇ ਨੂੰ ਸਤਿ ਸ੍ਰੀ ਅਕਾਲ ਵੀ ਕਰ ਰਹੇ ਆ ਤੇ ਨਾਲ ਦੀ ਨਾਲ ਗੱਲਾਂ ਬਾਤਾਂ ਵੀ ਚੱਲ ਰਹੀਆਂ। ਦੂਸਰੇ ਪਾਸੇ ਬੱਸਾਂ ਭਰੀ ਕੇ ਲੋਕਾਂ ਦੀ ਵੀ ਪਹੁੰਚੀਆਂ ਤਾਜਪੋਸ਼ੀ ਦੇ ਵਿੱਚ। ਵੇਖੋ ਜੀ, ਮੈਨੂੰ ਸਿਆਸਕ ਜਿਹੜੇ ਉੱਥੇ ਪੋਲੀਟੀਸ਼ੀਅਨਸ ਨੇ, ਨਵਜੋਤ ਸਿੰਘ ਸਿੱਧੂ ਹੋ ਗਏ ਹਨਾ, ਮੈਨੂੰ ਉਹਨਾਂ ਦੇ ਨਾਲ ਮੈਂ ਕਿਸ ਗੱਲ ਦਾ ਕੀ ਉਹਨਾਂ ਬਾਰੇ ਟਿੱਪਣੀ ਕਰਾਂ। ਉਹਨਾਂ ਬਾਰੇ ਮੈਂ ਆਲਰੇਡੀ ਗੱਲਾਂ ਕਹਿ ਚੁੱਕੀ ਹਾਂ ਕਿ ਇਹੋ ਜਿਹੇ ਪੋਲੀਟੀਸ਼ੀਅਨਸ ਤੋਂ ਤੁਸੀਂ ਕੀ ਐਕਸਪੈਕਟ ਕਰ ਸਕਦੇ ਹੋ ਇਸ ਮੂਮੈਂਟ ਆਫ ਟਾਈਮ ਤੇ, ਜਿਨ੍ਹਾਂ ਨੂੰ ਆਪਣੇ CM ਬਣਨ ਦਾ ਚਾਅ ਚੜਿਆ ਹੋਇਆ ਆ। ਔਰ ਉਹਨਾਂ ਲੋਕਾਂ ਦੇ ਮੈਨੂੰ ਨਾਰਾਜ਼ਗੀ ਆ ਜਿਹੜੇ ਲੋਕੀ ਬੱਸਾਂ ਭਰ ਕੇ ਉੱਥੇ ਗਏ ਨੇ। ਕੀ ਗੱਲ ਉਹਨਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ? ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਲੋਕੀ ਇੱਥੇ ਬੈਠੇ ਹਾਂ, ਅਸੀਂ ਲੋਕੀ ਉਹਨਾਂ ਲੋਕਾਂ ਵਾਸਤੇ ਸ਼ਹਾਦਤਾਂ ਦੇਣ ਵਾਸਤੇ ਰੈਡੀ ਹਾਂ। ਕੱਲ ਦਾ ਸਾਡਾ ਪਹਿਲਾ ਜਥਾ ਜਿਹੜਾ ਪਾਰਲੀਮੈਂਟ ਦਾ ਘਿਰਾਵ ਕਰਨ ਵਾਸਤੇ ਗਿਆ ਸੀਗਾ, ਕਿਸਾਨੀ ਪਾਰਲੀਮੈਂਟ ਵਾਸਤੇ ਗਿਆ ਸੀਗਾ, ਸਾਨੂੰ ਇਹ ਨਹੀਂ ਪਤਾ ਸੀਗਾ ਕਿ ਅਸੀਂ ਘਰ ਵਾਪਸ ਆਵਾਂਗੇ ਕਿ ਨਹੀਂ ਆਵਾਂਗੇ। ਅਸੀਂ ਸਿਰ ਦੇ ਉੱਤੇ ਕਫਨ ਬੰਨ੍ਹ ਕੇ ਆਪਣੇ ਲੋਕਾਂ ਵਾਸਤੇ ਗਏ ਸੀਗੇ। ਆਪਾਂ ਆਪਣੇ ਬੈਗ ਪੈਕ ਕਰਕੇ ਨਾਲ ਲੈ ਕੇ ਗਏ ਸੀਗੇ। ਕੀ ਪਤਾ ਸਾਨੂੰ ਕਿੰਨੀ ਦੇਰ ਤੱਕ ਸਰਕਾਰ ਜੇਲ੍ਹ ਦੇ ਵਿੱਚ ਪਾ ਦੇ, ਸਾਨੂੰ ਕੁਛ ਨਹੀਂ ਪਤਾ ਸੀਗਾ ਕੱਲ ਦਾ, ਕਿਉਂਕਿ 26 ਤਰੀਕ ਨੂੰ ਜੋ ਇਹਨਾਂ ਨੇ ਪਿਛਲੀ ਵਾਰੀ ਕੀਤਾ ਸੀਗਾ ਸਾਡੇ ਨਾਲ, ਸਾਨੂੰ ਇਹ ਨਹੀਂ ਪਤਾ ਸੀਗਾ ਕਿ ਕੱਲ ਪਹਿਲੇ ਜਥੇ ਦੇ ਵਿੱਚ ਉਹੀ ਲੋਕੀ ਗਏ ਸੀਗੇ ਜਿਹੜੇ ਮੈਂਟਲੀ ਪ੍ਰੀਪੇਅਰਡ ਸੀਗੇ ਕਿ ਸਾਨੂੰ ਕੁਛ ਵੀ ਹੋ ਸਕਦਾ ਹੈ, ਸਰਕਾਰ ਸਾਡੇ ਨਾਲ ਕਿਸੇ ਵੀ ਤਰੀਕੇ ਦਾ ਵਰਤੀਰਾ ਕਰ ਸਕਦੀ ਹੈ, ਗੋਲੀ ਵੀ ਮਾਰ ਸਕਦੀ ਹੈ, ਜੇਲ੍ਹ 'ਚ ਵੀ ਪਾ ਸਕਦੀ ਹੈ, ਕੁਛ ਵੀ ਕਰ ਸਕਦੀ ਹੈ। ਬਟ ਅਸੀਂ ਗਏ ਕਾਦੇ ਵਾਸਤੇ ਗਏ? ਇਹਨਾਂ ਲੋਕਾਂ ਵਾਸਤੇ, ਇਹਨਾਂ ਲੋਕਾਂ ਦੇ ਵਾਸਤੇ ਕਿ ਇਹ ਲੋਕ ਇਹ ਮੁਕਤੀ ਪਾ ਸਕਣ ਇਹਨਾਂ ਦੀਆਂ ਜੰਜੀਰਾਂ ਦੇ ਵਿੱਚੋਂ। ਇਹ ਪੋਲੀਟੀਸ਼ੀਅਨਸ ਦੇ ਜੇ ਹਜੇ ਵੀ ਖਹਿੜਾ ਨਹੀਂ ਨਾ ਛੱਡਦੇ, ਫਿਰ ਸਾਡੀਆਂ ਕੁਰਬਾਨੀਆਂ ਦੇਣ ਦਾ ਕੀ ਫਾਇਦਾ? ਫਿਰ ਤੇ ਉਹੀ ਗੱਲ ਹੋ ਗਈ। 23 ਸਾਲ ਦਾ ਗੱਭਰੂ ਜਵਾਨ ਭਗਤ ਸਿੰਘ ਸੀਗਾ, ਉਹ ਵੀ ਸ਼ਹੀਦੀ ਦੇ ਕੇ ਚਲੇ ਗਿਆ। ਉਹਨੇ ਥੋੜਾ ਸੋਚਿਆ ਸੀਗਾ ਕਿ ਜਦੋਂ ਉਹ ਗਿਆ ਸੀਗਾ ਉਹਨੇ ਸੋਚਿਆ ਸੀਗਾ ਇਹ ਆਖਰੀ ਮੋਰਚਾ ਹੋਊਗਾ, ਮੈਂ ਅੰਗਰੇਜ਼ਾਂ ਤੋਂ
ਇਹਨਾਂ ਨੂੰ ਛੁਟਕਾਰਾ ਦੇ ਕੇ ਜਾ ਰਹੇ ਹਾਂ, ਕਮ ਸੇ ਕਮ ਮੇਰਾ ਦੇਸ਼ ਆਜ਼ਾਦ ਹੋਊਗਾ, ਇਹ ਹਵਾ ਆਜ਼ਾਦੀ ਦੀ ਹਵਾ ਲੈ ਸਕਣਗੇ। ਹੁਣ ਇਹ ਕਾਰਪੋਰੇਟ ਸੈਕਟਰ ਦੀਆਂ ਜੰਜੀਰਾਂ ਦੇ ਵਿੱਚ ਬੰਨੇ ਪਏ ਆ, ਆਪਾਂ ਇੱਥੇ ਇਹਨਾਂ ਵਾਸਤੇ ਲੜ ਰਹੇ ਹਾਂ, ਆਪਾਂ ਕੁਰਬਾਨੀਆਂ ਦੇਣ ਵਾਸਤੇ ਵੀ ਰੈਡੀ ਹਾਂ। ਕੱਲ ਨੂੰ ਆਪਾਂ ਚੱਲ ਜਾਂਦੇ ਜੇਲ੍ਹਾਂ ਦੇ ਵਿੱਚ, ਭਾਵੇਂ 3 ਸਾਲ ਨਾਲ ਸਰਕਾਰ ਕੱਢਦੀ, ਦੇਸ਼ ਦਰੋਹੀ ਦੇ ਪਰਚੇ ਲਾ ਦਿੰਦੀ, ਬਹੁਤ ਕੁਝ ਕਰ ਦਿੰਦੀ ਸਾਰਿਆਂ ਦੇ ਉੱਤੇ, ਇਹਨਾਂ ਦੀ ਸਿਰ ਦੇ ਉੱਤੇ ਕੋਈ ਜੂੰ ਸਿਰਕਦੀ ਹੈ। ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਸ ਟਾਈਮ ਦੇ ਉੱਤੇ ਕਿ ਪੰਜਾਬ ਦੇ ਵਿੱਚ ਜਿਹੜੇ ਲੋਕੀ ਇਸ ਟਾਈਮ ਦੇ ਉੱਤੇ ਪਿੰਡਾਂ ਦੇ ਲੈਵਲ ਦੇ ਉੱਤੇ ਹਜੇ ਵੀ ਪੋਲੀਟੀਸ਼ੀਅਨ ਦਾ ਸਮਰਥਨ ਕਰਦੇ ਆ, ਮੈਂ ਕਹਿੰਨੀ ਆ ਵੀ ਉਹ ਸਰਪੰਚਾਂ ਨੂੰ ਵੀ ਬਾਈਕਾਟ ਕਰਨਾ ਚਾਹੀਦਾ ਆ। ਹਜੇ ਸਿਰਫ ਫਿਲਹਾਲ ਮੈਂ ਆ ਨਹੀਂ ਕਹਿੰਦੀ ਕਿ ਤੁਸੀਂ ਪੋਲੀਟੀਸ਼ੀਅਨਸ ਨੂੰ ਨਾ ਸਪੋਰਟ ਕਰੋ ਜਾਂ ਬਾਅਦ ਦੇ ਵਿੱਚ ਜਦੋਂ ਵੋਟਾਂ ਆਉਣਗੀਆਂ, ਜੀ ਕਰਦਾ ਜਿਹਨੂੰ ਮਰਜ਼ੀ ਵੋਟਾਂ ਪਾ ਦਿਓ, ਜਿਹਨੂੰ ਤੁਹਾਡਾ ਜੀ ਕਰਦਾ ਉਹਨੂੰ ਵੋਟ ਪਾਓ, ਭਾਵੇਂ ਕਾਂਗਰਸ ਨੂੰ ਪਾਓ। ਹਾਂ, ਬੀਜੇਪੀ ਨੂੰ ਤੁਸੀਂ ਸਟੈਂਡ ਨਹੀਂ ਕਰ ਸਕਦੇ ਪੰਜਾਬ ਦੇ ਵਿੱਚ, ਬੀਜੇਪੀ ਦਾ ਸਾਡਾ ਵਿਰੋਧ ਆ ਕਿਉਂਕਿ ਉਹਦੇ ਨਾਲ ਸਾਡੀ ਲੜਾਈ ਚੱਲ ਰਹੀ ਆ। ਆਮ ਆਦਮੀ ਪਾਰਟੀ ਨੂੰ ਪਾਓ, ਭਾਵੇਂ ਅਕਾਲੀ ਦਲ ਨੂੰ ਪਾਓ, ਆਪਾਂ ਕੋਈ ਇਹ ਗੱਲਾਂ ਨਹੀਂ ਕਰਦੇ। ਪਰ ਰਾਈਟ ਨਾਓ ਆਪਾਂ ਇਹ ਕਹਿੰਦੇ ਆ ਵੀ ਹਜੇ ਸਾਡੇ ਮੋਰਚੇ ਵੱਲ ਹੱਥ ਜੋੜ ਕੇ ਬੇਨਤੀ ਆ ਵੀ ਧਿਆਨ ਦੇ ਦਿਓ। ਪਿੰਡਾਂ ਦੇ ਵਿੱਚ ਜਿਹੜੀ ਤੁਸੀਂ ਬੱਸਾਂ ਭਰ ਕੇ ਉੱਥੇ ਜਾ ਰਹੇ ਹੋ, ਉਹ ਬੱਸਾਂ ਭਰ ਕੇ ਤੁਸੀਂ ਮੋਰਚੇ ਵੱਲ ਲੈ ਕੇ ਆਓ, ਜ਼ਿਆਦਾ ਤੋਂ ਜ਼ਿਆਦਾ ਆਪਣੇ ਨਾਂ ਲਿਖਾਓ ਪਾਰਲੀਮੈਂਟ ਸੈਸ਼ਨ ਵਾਸਤੇ, ਤਾਂ ਕਿ ਗਵਰਨਮੈਂਟ ਦੇ ਉੱਤੇ ਆਪਾਂ ਦਬਾਅ ਪਾਈਏ। ਇਹੋ ਜਿਹੀਆਂ ਜਿਹੜੀਆਂ ਸਟੇਟਮੈਂਟਾਂ ਆਉਂਦੀਆਂ ਆ ਮੰਤਰੀ ਦੀਆਂ, ਮਨਾਕਸ਼ੀ ਵਰਗੀਆਂ ਦੀਆਂ, ਸਾਡੇ ਕਿਸਾਨਾਂ ਵਾਸਤੇ, ਉਹ ਸਾਡੇ ਵਾਸਤੇ ਕਿੱਡੀ ਗਲਤ ਗੱਲ ਆ, ਹਨਾ ਵੀ ਸਾਡੀ ਅਣਖ ਦੀ ਗੱਲ ਹੈ ਇਸ ਟਾਈਮ ਦੇ ਉੱਤੇ ਇਹ ਮੋਰਚਾ ਜਿੱਤਣਾ। ਸੋ ਆਪਾਂ ਇਹ ਕਹਿੰਦੇ ਆ ਵੀ ਰਾਈਟ ਨਾਓ ਤੁਸੀਂ ਮੋਰਚੇ ਵੱਲ ਜ਼ਿਆਦਾ ਧਿਆਨ ਦਿਓ, ਬਜਾਏ ਕਿ ਪੋਲਿਟਿਕਸ। ਵੋਟਾਂ ਤੇ ਆਉਣੀਆਂ ਹੀ ਆ, ਵੋਟਾਂ ਪੈਣੀਆਂ ਵੀ ਆ, ਤੁਸੀਂ ਜਿਹਨੂੰ ਮਰਜ਼ੀ ਪਾ ਲਿਓ ਉਦੋਂ, ਬਟ ਰਾਈਟ ਨਾਓ ਐਟਲੀਸਟ ਲੋਕਾਂ ਦੇ ਜਿਹੜੇ ਤੁਸੀਂ ਆ ਫੰਕਸ਼ਨਸ ਕਰਦੇ ਫਿਰ ਰਹੇ ਹੋ, ਇਹਦਾ ਮਤਲਬ ਤੁਹਾਨੂੰ ਚਾਅ ਚੜਿਆ ਪਿਆ ਆ, ਇੱਧਰ ਲੋਕੀ ਤੁਹਾਡੇ ਵਾਸਤੇ ਕੁਰਬਾਨੀਆਂ ਦੇਣ ਲਈ ਰੈਡੀ ਬੈਠੇ ਆ, ਉੱਥੇ ਤੁਸੀਂ ਆਪਣੇ ਆ ਸਾਰਾ ਕੁਝ ਕਰ ਰਹੇ ਹੋ, ਉਹ ਗੱਲਾਂ ਹਰਟ ਕਰਦੀਆਂ ਨੇ। ਹੁਣ ਆਪਾਂ ਸੰਸਦ ਤੇ ਆ ਜਾਂਦੇ ਆ। ਕੱਲ ਸੰਸਦ ਕਿਸਾਨਾਂ ਦੀ ਜੋ ਲੱਗੀ, ਉਹਦਾ ਪਹਿਲਾ ਦਿਨ ਸੀਗਾ, ਤੁਸੀਂ ਵੀ ਉਹਦਾ ਹਿੱਸਾ ਬਣ ਕੇ ਆਏ ਹੋ। ਪਹਿਲਾਂ ਇਹ ਚੀਜ਼ ਦੱਸਿਓ ਕਿ ਸਫ਼ਰ ਜਿਹੜਾ ਉਹ ਕਿਸ ਤਰ੍ਹਾਂ ਰਿਹਾ, ਕਿਉਂਕਿ ਇਹ ਵੀ ਗੱਲਾਂ ਕਹੀਆਂ ਗਈਆਂ ਕਿ ਪੁਲਿਸ ਦੇ ਵੱਲੋਂ ਰਸਤੇ ਦੇ ਵਿੱਚ ਰੋਕਿਆ ਗਿਆ, ਉਹਨਾਂ ਦੇ ਵੱਲੋਂ ਸਮਾਂ ਜਿਹੜਾ ਉਹ ਖਰਾਬ ਕੀਤਾ ਗਿਆ, ਉੱਥੇ ਜਾ ਕੇ ਫਿਰ ਕਈ ਦਿੱਕਤਾਂ ਆਈਆਂ, ਮੀਡੀਆ ਨੂੰ ਵੀ ਰੋਕ ਦਿੱਤਾ ਗਿਆ। ਤਾਂ ਤਜਰਬਾ ਜਿਹੜਾ ਕੱਲ ਦਾ ਕਿਸ ਤਰ੍ਹਾਂ ਦਾ ਸੀਗਾ, ਔਰ ਕਿੰਨਾ ਸਮਝਦੇ ਹੋ ਕਿ ਕਿਸਾਨ ਸੰਸਦ ਜਿਹੜੀ ਆ ਉਹ ਸਫਲ ਰਹੀ ਆ ਆਪਣਾ ਸੁਨੇਹਾ ਪਹੁੰਚਾਉਣ ਦੇ ਵਿੱਚ ਦੁਨੀਆ ਭਰ ਦੇ ਵਿੱਚ? ਵੇਖੋ ਜੀ, ਕੱਲ ਜਦੋਂ ਅਸੀਂ ਗਏ ਸੀਗੇ ਉਦੋਂ ਸਭ ਤੋਂ ਪਹਿਲਾਂ ਸਾਨੂੰ ਬੱਸਾਂ ਦੀ ਚੈਕਿੰਗ ਕਰਨ ਵਾਸਤੇ ਰੋਕਿਆ ਗਿਆ ਸੀਗਾ। ਚਲੋ ਬੱਸਾਂ ਦੀ ਚੈਕਿੰਗ ਕੀਤੀ, ਥੋੜਾ ਜਿਹਾ ਡਿਲੇ ਕਰ ਰਹੇ ਸੀਗੇ ਟਾਈਮ ਕਿ ਆਪਾਂ ਛੇਤੀ ਨਾ ਪਹੁੰਚ ਸਕੀਏ ਉੱਤੇ, ਹਨਾ। ਫਿਰ ਉੱਤੇ ਆਪਾਂ ਪਹੁੰਚੇ, ਉਦੋਂ ਇੰਟਰਨੈਸ਼ਨਲ ਮੀਡੀਆ ਜੋ ਨੈਸ਼ਨਲ ਮੀਡੀਆ ਨੂੰ ਬਾਹਰ ਖੜੇ ਬੈਰੀਗੇਡਸ ਤੇ ਕੀਤਾ ਸੀਗਾ, ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਸੀਗਾ। ਫਿਰ ਅਸੀਂ ਅੰਦਰ ਗਏ, ਉੱਥੇ ਸਾਡੇ ਵਾਸਤੇ ਬੜਾ ਟੁੱਟੀਆਂ ਜੀਆਂ ਕੁਰਸੀਆਂ, ਕਿ ਸਹੀ ਗੱਲ ਹੈ ਵੀ ਜਿਸ ਤਰੀਕੇ ਦਾ ਸਾਡਾ ਸਵਾਗਤ ਕੀਤਾ ਇਹਨਾਂ ਲੋਕਾਂ ਨੇ, ਵੀ ਜਿਸ ਲਾਇਕ ਸਾਨੂੰ ਇਹ ਸਮਝਦੇ ਆ ਕਿਸਾਨਾਂ ਨੂੰ, ਅਸਲ ਦੇ ਵਿੱਚ ਕਿਸਾਨਾਂ ਨੂੰ, ਜਿਹੜੇ ਕਿਸਾਨ ਨੂੰ ਇਹ ਜਿਸ ਤਰੀਕੇ ਨਾਲ ਟਰੀਟ ਕਰਦੇ ਆ, ਉਸ ਤਰੀਕੇ ਦਾ ਟਰੀਟਮੈਂਟ ਇਹਨਾਂ ਨੇ ਉੱਥੇ ਸਾਡੇ ਵਾਸਤੇ, ਕੁਰਸੀਆਂ ਉਸ ਤਰੀਕੇ ਦੀਆਂ ਸਾਡੇ ਵਾਸਤੇ ਰੱਖੀਆਂ ਹੋਈਆਂ ਸੀਗੀਆਂ। ਉਹ ਪ੍ਰਬੰਧ ਜਿਹੜਾ ਉੱਥੇ ਸਾਰਾ ਰਹਿਣ ਦਾ, ਬਹਿਣ ਦਾ, ਉਹ ਕਿਹਨੇ ਕੀਤਾ ਸੀਗਾ? ਸਰਕਾਰ ਨੇ ਕੀਤਾ ਸੀਗਾ, ਕੇਂਦਰ ਨੇ? ਹਾਂਜੀ, ਸਰਕਾਰ ਨੇ ਕੀਤਾ ਸੀਗਾ। ਅੰਦਰ ਆਪ ਤਾਂ ਸੋਫੇ ਵਾਲਿਆਂ ਤੇ ਬਹਿੰਦੇ ਆ ਤੁਹਾਨੂੰ? ਹਾਂ, ਉਹੀ ਤੇ ਮੈਂ ਕਹਿ ਰਹੀ ਹਾਂ ਵੀ ਆਪ ਤੁਸੀਂ ਇਹਨਾਂ ਦੇ ਵੇਖੋ, ਇਹਨਾਂ ਦੀ ਪਾਰਲੀਮੈਂਟ ਦੇਖੋ, ਤੇ ਸਾਡੀ ਕਿਸਾਨਾਂ ਦੀ ਪਾਰਲੀਮੈਂਟ ਦੇ ਵਿੱਚ ਤੇ ਇਹ ਤੋਂ ਚੰਗਾ ਆਪਾਂ ਥੱਲੇ ਦਰੀਆਂ ਵਿਛਾ ਕੇ ਥੱਲੇ ਪੁੰਜੇ ਬਹਿ ਜਾਣਾ ਪਸੰਦ ਕਰਦੇ ਸੀਗੇ। ਬਟ ਆਪਾਂ ਆਪਣੀ ਦਰੀਆਂ ਦੁਰੀਆਂ ਕੱਲ ਲੈ ਕੇ ਨਹੀਂ ਗਏ ਸੀਗੇ, ਸਾਨੂੰ ਥੋੜਾ ਪਤਾ ਸੀ ਵੀ ਆਪਾਂ ਇਸ ਤਰੀਕੇ ਦਾ ਵਰਤਾਵਾ ਫੇਸ ਕਰਾਂਗੇ। ਬਟ ਸਾਡੇ ਵਾਸਤੇ ਤੇ ਠੀਕ ਹੈ, ਆਪਾਂ ਗੁਰੂ ਦਾ ਲੰਗਰ ਖਾਦਾ ਪੁੰਜੇ ਬਹਿ ਕੇ, ਜੋ ਸਾਡੀ ਇੱਕ ਰੀਤੀ ਨਿਵਾਜ਼ ਆ, ਆਪਾਂ ਉਸੇ ਤਰੀਕੇ ਨਾਲ ਖਾਦਾ। ਆਪਾਂ ਦੇ ਹੱਕ ਮੰਗਣ ਵਾਸਤੇ ਗਏ ਸੀਗੇ। ਬਹੁਤ ਵਧੀਆ ਸਾਡੀ ਪਾਰਲੀਮੈਂਟ ਚੱਲੀ ਹੈ, ਬਕਾਇਦਾ ਤੌਰ ਤੇ ਸਪੀਕਰਸ ਵੀ ਸੀਗੇ, ਔਰ ਮੇਰੀ ਵੀ APMC ਐਕਟ ਦੇ ਉੱਤੇ ਮੈਂ ਕੱਲ ਸਪੀਚ ਦਿੱਤੀ ਸੀਗੀ, ਔਰ ਕੇਰਲਾ ਤੋਂ ਕੁਝ MPs ਆਏ ਸੀਗੇ, 19 ਦੇ ਲਾਗੇ 19-20 MPs ਆਏ ਸੀਗੇ ਜਿਨ੍ਹਾਂ ਨੇ ਸਮਰਥਨ ਦਿੱਤਾ ਸੀਗਾ। ਇਸੇ ਤਰੀਕੇ ਨਾਲ ਅਸੀਂ ਕਿਹਾ ਸੀਗਾ ਕਿ ਅਸੀਂ ਕਿਸੇ MP ਦਾ ਵਿਰੋਧ ਨਹੀਂ ਕਰਾਂਗੇ, ਉੱਥੇ ਜਿਹੜੇ ਵੀ ਪਾਰਲੀਮੈਂਟ 'ਚ MPs ਆਉਂਦੇ ਨੇ ਅਸੀਂ ਉਹਨਾਂ ਨਾਲ ਸਟੇਜ ਸਾਂਝਾ ਨਹੀਂ ਕਰਾਂਗੇ, ਉੱਥੇ ਆ ਕੇ ਬਹਿ ਸਕਦੇ ਨੇ, ਸਾਡੀ ਪਾਰਲੀਮੈਂਟ ਦਾ ਹਿੱਸਾ ਬਣ ਸਕਦੇ ਨੇ। ਆਪਾਂ ਉਹਨਾਂ ਦਾ ਨਾਮ ਜ਼ਰੂਰ ਅਨਾਉਂਸ ਕਰਾਂਗੇ ਕਿ ਇਹ MPs ਨੇ ਸਾਨੂੰ ਸਮਰਥਨ ਦਿੱਤਾ ਹੈ। ਕੱਲ ਇਹ ਵੀ ਕਿਹਾ ਜਾ ਰਿਹਾ ਸੀ ਕਿ ਹੋ ਸਕਦਾ ਹੈ ਜਿਹੜੇ ਕਿਸਾਨਾਂ ਦਾ ਜਥਾ ਤੁਰਿਆ, 200 ਕਿਸਾਨ ਇੱਥੋਂ ਗਏ ਸੀਗੇ, 4 ਬੱਸਾਂ ਭਰੀ ਕੇ ਗਈਆਂ, ਮੀਡੀਆ ਵਾਲਿਆਂ ਦੀ ਬੱਸ ਅਲੱਗ ਸੀ। ਕਿਹਾ ਜਾ ਰਿਹਾ ਸੀ ਕਿ ਹੋ ਸਕਦਾ ਹੈ ਕਿ ਕੇਂਦਰ ਦੇ ਇਸ਼ਾਰੇ ਦੇ ਉੱਤੇ ਪੁਲਿਸ ਜਿਹੜੀ ਹੈ ਕਿਸਾਨਾਂ ਨੂੰ ਗ੍ਰਿਫਤਾਰ ਕਰ ਲੇ, ਤਿਆਰੀ ਕਰਕੇ ਗਏ ਸੀ? ਹਾਂਜੀ, ਬਿਲਕੁਲ ਤਿਆਰੀ ਕਰਕੇ ਗਈ ਸੀਗੀ, ਔਰ KKU ਵੱਲੋਂ ਗਈ ਸੀਗੀ ਮੈਂ, ਔਰ ਮੈਨੂੰ ਪਹਿਲਾਂ ਹੀ ਉਹਨਾਂ ਨੇ ਪੁੱਛਿਆ ਸੀਗਾ ਮੇਰੇ ਮਾਈਂਡ ਤੋਂ ਕਿ ਕੱਲ ਨੂੰ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ ਹੈ, 6 ਮਹੀਨੇ, ਸਾਲ, 2 ਸਾਲ, 3 ਸਾਲ, ਕਿੰਨੇ ਵੀ ਸਾਲ ਰਹਿਣਾ ਪੈ ਸਕਦਾ ਆ, ਬਟ ਜ਼ਮਾਨਤ ਨਹੀਂ ਲੈ ਸਕਦੇ। ਤੁਸੀਂ ਰੈਡੀ ਹੋ ਜਾਣ ਵਾਸਤੇ, ਔਰ ਆਪਣੇ ਬੈਗ ਦੇ ਵਿੱਚ 2-3 ਸੂਟ, ਜਿਹੜੇ ਇੱਕ ਨੈਸੈਸਰੀ ਬ੍ਰਸ਼, ਪੇਸਟ, ਇਹ ਸਾਰਾ ਕੁਝ ਨਾਲ ਲੈ ਕੇ ਜਾਇਓ। ਯੂ ਨੈਵਰ ਨੋ ਕਿ ਤੁਹਾਨੂੰ ਉੱਥੇ ਗ੍ਰਿਫਤਾਰ ਹੋਣਾ ਪਵੇ, ਔਰ ਇਹ ਵੀ ਯੂ ਨੈਵਰ ਨੋ ਕਿ ਤੁਹਾਡੇ ਨਾਲ ਕੀ ਹੋਵੇ
ਰਾਈਟ ਤੁਸੀਂ ਹਰ ਇੱਕ ਚੀਜ਼ ਵਾਸਤੇ ਪ੍ਰਿਪੇਅਰਡ ਹੋ ਸੋ ਜਿੰਨੇ ਵੀ ਲੋਕੀ ਗਏ ਸੀਗੇ ਉਹਨਾਂ ਨੂੰ ਸਭ ਤੋਂ ਪਹਿਲਾਂ ਇਹ ਗੱਲ ਪੁੱਛੀ ਗਈ ਸੀਗੀ ਉਹਨਾਂ ਦਾ ਮਾਈਂਡਸੈਟ ਪੁੱਛਿਆ ਗਿਆ ਸੀਗਾ ਕਿ ਕੱਲ ਨੂੰ ਇਹ ਨਾ ਹੋਵੇ ਕਿ ਉਹ ਜੇਲ੍ਹ ਦੇ ਵਿੱਚ ਜਾ ਕੇ ਕਹਿਣ ਕਿ ਸਾਨੂੰ ਜ਼ਮਾਨਤ ਦਿਵਾਓ ਅਸੀਂ ਬਾਹਰ ਆਉਣਾ ਚਾਹੁੰਦੇ ਆ ਨਹੀਂ ਤੁਹਾਨੂੰ ਇੱਕ ਮਾਈਂਡਸੈਟ ਵਾਸਤੇ ਜਾਣਾ ਪੈਣਾ ਸੀਗਾ ਕਿ ਤੁਹਾਨੂੰ ਆਪਣਾ ਛੱਡ ਕੇ ਸਾਰਾ ਕੁਝ ਉੱਥੇ ਬਹਿਣਾ ਪੈਣਾ ਸੀਗਾ ਤੇ ਉਹ ਮਾਈਂਡਸੈਟ ਦੇ ਨਾਲ ਮੈਂ ਗਈ ਸੀਗੀ ਕਿ ਹਾਂ ਠੀਕ ਆ ਜਦੋਂ ਤੱਕ ਰਹਿਣਾ ਪਿਆ ਉਦੋਂ ਤੱਕ ਰਵਾਂਗੇ ਜੇ ਜੇਲ੍ਹ ਦੇ ਵਿੱਚ ਲੈ ਜਾਂਦੇ ਤਾਂ ਕੀ ਸੌਖਾ ਹੋਣਾ ਸੀਗਾ ਰਹਿਣਾ ਜੇ ਸੌਖਾ ਹੋਣਾ ਸੀ ਤਾਂ ਕੀ ਅੰਦੋਲਨ ਨੇ ਸਿਖਾਤਾ ਜਾਂ ਫਿਰ ਪਹਿਲਾਂ ਵੀ ਇਸ ਤਰ੍ਹਾਂ ਦਾ ਜਜ਼ਬਾ ਸੀਗਾ ਵੇਖੋ ਆਈ ਥਿੰਕ ਸੋ ਇਹ ਮੇਰੇ ਖੂਨ ਦੇ ਵਿੱਚ ਹੀ ਆ ਮੇਰੇ ਫਾਦਰ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਲੋਕਾਂ ਵਾਸਤੇ ਦਿੱਤੀ ਹੈ ਐਂਡ ਲੋਕਾਂ ਵਾਸਤੇ ਸ਼ਹੀਦ ਹੋ ਗਏ ਉਹੀ ਖੂਨ ਹੈ ਮੇਰੇ ਅੰਦਰ ਸੋ ਮੈਨੂੰ ਜੇ ਮੈਂ ਟਿਕਰੀ ਬਾਰਡਰ ਦੇ ਉੱਤੇ ਰਹਿ ਸਕਦੀ ਹਾਂ ਪਿਛਲੇ 8 ਮਹੀਨੇ ਹੋ ਗਿਆ ਹੁਣ ਔਰ ਮੈਨੂੰ ਇੱਥੇ ਸਾਡੇ ਟੈਂਟਾਂ ਦੇ ਵਿੱਚ ਹੋ ਸਕਦੇ ਨਾ ਆਪਾਂ ਕੋਈ ਏਸੀ ਲਾਇਆ ਨਾ ਕੁਛ ਪੱਖੇ ਥੱਲੇ ਸੋਈਦਾ ਜਾਂ ਕੂਲਰ ਹੈ ਸਾਡੇ ਕੋਲ ਔਰ ਲਾਈਟ ਆਉਂਦੀ ਜਾਂਦੀ ਰਹਿੰਦੀ ਹੈ ਚੱਲ ਜਾਂਦੀ ਹੈ ਇਹ ਵੀ ਇੱਕ ਸਿੰਪਲ ਲਾਈਫ ਹੈ ਇੱਥੇ ਰਹਿਣਾ ਵੀ ਹਨਾ ਵੀ ਜੋ ਸਕੂਨ ਇੱਥੇ ਮਿਲਦਾ ਮੈਨੂੰ ਬਹੁਤ ਚੰਗਾ ਲੱਗਦਾ ਇੱਥੇ ਔਰ ਜੇਲ੍ਹ ਦੇ ਵਿੱਚ ਵੱਧ ਤੋਂ ਵੱਧ ਕੀ ਹੋਣਾ ਸੀਗਾ ਇਹ ਜਿਹਾ ਸਾਰਾ ਕੁਝ ਹੋਣਾ ਸੀਗਾ ਤੇ ਕੀ ਫਰਕ ਪੈਂਦਾ ਪਰ ਅੰਦਰੋਂ ਚੰਗਾ ਲੱਗਦਾ ਹੈ ਕਿ ਤੁਸੀਂ ਇੱਕ ਚੰਗੇ ਕੰਮ ਵਾਸਤੇ ਕੁਝ ਕਰ ਰਹੇ ਹੋ ਇੱਕ ਚੰਗੀ ਡੀਡ ਕਰ ਰਹੇ ਹੋ ਸੋ ਮੈਂ ਤੇ ਬਾਰ-ਬਾਰ ਇੱਕੋ ਗੱਲ ਰਿਪੀਟ ਕਰਦੀ ਆ ਕਿ ਆਪਣੇ ਕਾਰਮਿਕ ਅਕਾਊਂਟਸ ਨੂੰ ਭਰਨਾ ਚਾਹੀਦਾ ਰੈਦਰ ਦੈਨ ਲਾਈਕ ਇੰਨੇ ਪੈਸਿਆਂ ਦਾ ਆਪਣੇ ਬੈਂਕ ਅਕਾਊਂਟ ਜਿਹੜੇ ਤੁਹਾਡੇ ਨਾਲ ਨਹੀਂ ਜਾਣੇ ਮੇਰੇ ਨਾਲ ਮੇਰੇ ਕਾਰਮਿਕ ਅਕਾਊਂਟਸ ਜਾਣੇ ਆ ਸੋ ਮੈਂ ਉਹੀ ਭਰ ਰਹੀ ਆ ਉਹੀ ਮੈਨੂੰ ਜਿੰਨੀ ਸੰਤੁਸ਼ਟੀ ਮਿਲਦੀ ਹੈ ਚੰਗਾ ਕੰਮ ਕਰਨਾ ਉਹ ਮੈਂ ਕਰ ਰਹੀ ਹਾਂ ਜਦੋਂ ਦੇ ਮੋਰਚੇ ਦੇ ਵਿੱਚ ਤੁਸੀਂ ਆਉਣ ਲੱਗੇ ਹੋ ਤੁਸੀਂ ਕਈ ਤਾਰ ਚੜਾਵ ਜਿਹੜੇ ਆ ਉਹ ਦੇਖੇ ਹੋਣਗੇ ਮੌਸਮ ਦੀਆਂ ਤਬਦੀਲੀਆਂ ਵੀ ਦੇਖੀਆਂ ਹੋਣਗੀਆਂ ਅੱਜ ਦੇ ਜੋ ਹਾਲਾਤ ਹੈ ਕੀ ਚੁਣੌਤੀਆਂ ਨੇ ਇੱਥੇ ਕਿਉਂਕਿ ਕਈ ਵਾਰ ਦੇਖਦੇ ਹਾਂ ਕਿ ਬਾਰਿਸ਼ ਜਿਹੜੀ ਆ ਉਹ ਜ਼ਿਆਦਾ ਆ ਜਾਂਦੀ ਹੈ ਵੀਡੀਓ ਪਹੁੰਚਦੀਆਂ ਨੇ ਕਿ ਪਾਣੀ ਕਾਫੀ ਜ਼ਿਆਦਾ ਉੱਥੇ ਆ ਗਿਆ ਗਰਮੀ ਦੇ ਵਿੱਚ ਹੋਰ ਵੀ ਕਈ ਦਿੱਕਤਾਂ ਆਉਂਦੀਆਂ ਨੇ ਆਮ ਲੋਕਾਂ ਦੇ ਲਈ ਔਰ ਤੁਹਾਡੇ ਲਈ ਸਭ ਦੇ ਲਈ ਕੀ ਚੁਣੌਤੀਆਂ ਨੇ ਇੱਥੇ ਜਦੋਂ ਅੰਦੋਲਨ ਦੇ ਵਿੱਚ ਹੋਣ ਇੱਥੇ ਵੇਖੋ ਜਿਵੇਂ ਆ ਟੈਂਟਸ ਨੇ ਸਾਰੇ ਉੱਤੋਂ ਤਰਪਾਲ 'ਚ ਹੋ ਜਾਂਦੀ ਆ ਹਨੇਰੀ ਇੰਨੀ ਕੁ ਜ਼ਿਆਦਾ ਆਉਂਦੀ ਹੈ ਕਿ ਟੈਂਟ ਪੂਰਾ ਹਿਲ ਜਾਂਦਾ ਆ ਔਰ ਕਈ ਵਾਰੀ ਟੈਂਟ ਟੁੱਟ ਜਾਂਦਾ ਕਈ ਵਾਰੀ ਇੰਨੀ ਹਨੇਰੀ ਆਉਂਦੀ ਕਿ ਟੈਂਟ ਉੱਡ ਵੀ ਜਾਂਦਾ ਆ ਤਰਪਾਲਾਂ ਉੱਡ ਜਾਂਦੀਆਂ ਨੇ ਪੂਰਾ ਪਾਣੀ ਭਰ ਜਾਂਦਾ ਆ ਇੱਥੇ ਕਿਉਂਕਿ ਇਹ ਥੱਲੇ ਨੀਵੀਂ ਜਗ੍ਹਾ ਆ ਔਰ ਫਿਰ ਜਿਹੜੇ ਗੱਦੇ ਗੁੱਦੇ ਵੀ ਆ ਗਿੱਲੇ ਹੋ ਜਾਂਦੇ ਆ ਫਿਰ ਕੱਪੜੇ ਸੁਕਾਉਣੇ ਬਹੁਤ ਔਖੇ ਆ ਮਤਲਬ ਕਾਫੀ ਵਾਸ਼ਰੂਮਸ ਦੀਆਂ ਤੰਗੀਆਂ ਨੇ ਕਾਫੀ ਮੈਨੇਜ ਕਰਨਾ ਪੈਂਦਾ ਹੈ ਸਾਰਾ ਕੁਝ ਮੱਛਰ ਵੀ ਬਹੁਤ ਆ ਬਟ ਠੀਕ ਆ ਚੰਗਾ ਜਿੱਥੇ ਚੰਗੀ ਅੰਦਰੋਂ ਸੰਤੁਸ਼ਟੀ ਮਿਲਦੀ ਹੋਵੇ ਉਹ ਚੀਜ਼ ਕਰਨੀ ਚਾਹੀਦੀ ਹੈ ਤੁਹਾਡੇ ਕੋਲੇ ਹੋਰ ਵੀ ਮਹਿਲਾਵਾਂ ਜਿਹੜੀਆਂ ਆਉਂਦੀਆਂ ਹੋਣਗੀਆਂ ਕਿਸੇ ਦੀ ਤੁਹਾਨੂੰ ਹੈ ਇਸ ਤਰ੍ਹਾਂ ਦੀ ਸਟੋਰੀ ਜਿਹੜੀ ਬੜੀ ਇਮੋਸ਼ਨਲ ਹੋਵੇ ਕਿ ਹਾਂ ਬਹੁਤ ਜਿਹੜੇ ਅੰਦੋਲਨ ਨੂੰ ਸਮਰਪਿਤ ਹੀ ਹੋ ਗਏ ਕਿ ਕਈ ਚੀਜ਼ਾਂ ਜਿਹੜੀਆਂ ਨੇ ਕਈ ਇਹੋ ਜਿਹੇ ਵੀ ਲੋਕ ਆ ਮੈਨੂੰ ਲੱਗਦਾ ਕਿ ਜਿਹੜੇ 9 ਮਹੀਨੇ ਤੋਂ ਜਾਂ 8 ਮਹੀਨੇ ਤੋਂ ਜਿਹੜੇ ਆ ਉਹ ਵਾਪਸ ਗਏ ਹੀ ਨਹੀਂ ਜਦੋਂ ਸ਼ੁਰੂ ਦੇ ਵਿੱਚ ਆਏ ਸੀਗੇ ਇੱਥੇ ਹੀ ਰਹਿ ਗਏ ਉੱਥੇ ਪਰਿਵਾਰ ਜਿਹੜਾ ਉਹ ਚੱਲੀ ਜਾਂਦਾ ਚਾਹੇ ਔਖੇ ਆ ਸੌਖੇ ਆ ਤੰਗੀਆਂ ਕੱਟ ਰਹੇ ਆ ਕਦੇ ਉੱਥੇ ਜਾ ਕੇ ਨਹੀਂ ਦੇਖਿਆ ਵੇਖੋ ਮੈਂ ਨਾ ਇੱਥੇ ਬਹੁਤ ਸਾਰੇ ਬਜ਼ੁਰਗ ਇਹ ਜਿਹੇ ਵੇਖੇ ਹੈ ਔਰ ਉਹਨਾਂ ਬਜ਼ੁਰਗਾਂ ਦੇ ਵਿੱਚ ਅੱਖਾਂ ਦੇ ਵਿੱਚ ਉਹਨਾਂ ਦੇ ਮਤਲਬ ਉਸ ਅੱਖਾਂ 'ਚ ਉਹਨਾਂ ਦੇ ਨਾ ਗਿੱਲੀਆਂ ਅੱਖਾਂ ਉਹਨਾਂ ਦੇ ਰੋਣਾ ਜਿਹੜਾ ਹੁੰਦਾ ਆ ਉਹ ਬਹੁਤ ਇਮੋਸ਼ਨਲ ਹੁੰਦਾ ਆ ਕਈ ਬਜ਼ੁਰਗ ਔਰਤਾਂ ਵੀ ਹੁੰਦੀਆਂ ਇਹ ਜਿਹੀਆਂ ਮੈਂ ਖੁਦ ਆਪਣੇ ਆਪ ਨੂੰ ਨਹੀਂ ਰੋਕ ਪਾਉਂਦੀ ਆਈ ਗॉट ਇਮੋਸ਼ਨਲ ਸੋ ਮੈਂ ਬੇਸਿਕਲੀ ਜੇ ਮੈਂ ਇੱਥੇ ਬੈਠੀ ਆ ਬਿਕਾਜ਼ ਆਫ them ਮੈਂ ਜਦੋਂ ਉਹਨਾਂ ਦੀ ਅਟੈਚਮੈਂਟ ਵੇਖਦੀ ਆ ਮੇਰੇ ਨਾਲ ਜਦੋਂ ਮੈਂ ਕੱਲ ਗਈ ਵੀ ਸੀਗੀ ਜਿਸ ਤਰੀਕੇ ਦਾ ਮਾਨ ਸਤਿਕਾਰ ਉਹਨਾਂ ਨੇ ਮੈਨੂੰ ਦਿੱਤਾ ਸੀਗਾ ਔਰ ਜਦੋਂ ਵਾਪਸ ਆਈ ਆ ਸਾਰੇ ਮੇਰੇ ਲਈ ਖੜੇ ਸੀਗੇ ਇੱਥੇ ਕਿ ਮੈਂ ਆਉਣਾ ਸੀਗਾ ਵਾਪਸ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮੈਨੂੰ ਹੱਕ ਕੀਤਾ ਔਰ ਜਿਸ ਤਰੀਕੇ ਦੇ ਨਾਲ ਮਤਲਬ ਮੈਨੂੰ ਕਈ ਬਜ਼ੁਰਗ ਤੇ ਪੈਰਾਂ ਤੱਕ ਆਉਣ ਦੀ ਕੋਸ਼ਿਸ਼ ਕਰਦੇ ਆ ਮੈਂ ਕਹਿੰਦੀ ਨਹੀਂ ਤੁਸੀਂ ਸਾਡੇ ਸਿਰ ਦਾ ਤਾਜ ਹੋ ਤੁਸੀਂ ਪੈਰਾਂ ਦੇ ਵਿੱਚ ਨਹੀਂ ਕਦੀ ਹੋ ਸਕਦੇ ਸੋ ਮਤਲਬ ਜੋ ਮਾਨ ਸਤਿਕਾਰ ਦਿੰਦੇ ਨੇ ਉਹ ਹਨਾ ਉਹ ਤੁਸੀਂ ਉਹ ਮਤਲਬ ਉਸ ਤੋਂ ਉੱਤੇ ਦੀ ਕੋਈ ਚੀਜ਼ ਹੀ ਨਹੀਂ ਹੈਗੀ ਜਦੋਂ ਕੱਲ ਤੋਰਿਆ ਸੀਗਾ ਤਾਂ ਉਹ ਇਦਾਂ ਹੀ ਸੀਗਾ ਕਿ ਇਮੋਸ਼ਨਲ ਵੀ ਹੋ ਗਏ ਤੁਸੀਂ ਗੱਲਾਂ ਕਰਦੇ ਬਿਕਾਜ਼ ਮੈਨੂੰ ਨਾ ਐਕਚੁਅਲੀ ਬਜ਼ੁਰਗਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਆ ਬਹੁਤ ਜ਼ਿਆਦਾ ਅਟੈਚਮੈਂਟ ਆ ਸੋ ਜੇ ਮੈਂ ਇਸ ਅੰਦੋਲਨ ਦੇ ਵਿੱਚ ਹਾਂ ਵੀ ਔਰ ਜੇ ਮੈਂ ਇੱਥੇ ਬੈਠੀ ਵੀ ਆ ਤੇ ਜ਼ਿਆਦਾਤਰ ਮੇਰੇ ਬਜ਼ੁਰਗਾਂ ਦੇ ਨਾਲ ਮੈਂ ਬਹੁਤ ਅਟੈਚਡ ਆ ਇਸ ਕਰਕੇ ਕਿਉਂਕਿ ਮੈਂ ਉਹਨਾਂ ਨੂੰ ਇਸ ਸਿਚੁਏਸ਼ਨ ਦੇ ਵਿੱਚ ਨਹੀਂ ਦੇਖ ਸਕਦੀ ਜਿਸ ਸਿਚੁਏਸ਼ਨ ਦੇ ਵਿੱਚ ਉਹ ਇੱਥੇ ਬੈਠੇ ਹੁੰਦੇ ਆ ਬਿਨਾ ਚੱਪਲ ਪਾਇਆ ਬਿਨਾ ਪਰਵਾਹ ਕੀਤਿਆਂ ਬਿਨਾ ਮੱਛਰ ਕਦੀ ਉਹ ਇੱਕ ਪਿੱਛੇ ਬਾਬਾ ਜੀ ਵੇਖੇ ਸੀਗੇ ਤਰਪਾਲ ਵੀ ਉੱਡੀ ਪਈ ਸੀਗੀ ਬਿਨਾ ਫਿਕਰੇ ਬਸ ਮੰਜੀ ਦੇ ਉੱਤੇ ਬੈਠੇ ਸੀਗੇ ਮੈਂ ਸੋਚਦੀ ਹਾਂ ਵੀ ਆਪਾਂ ਕਿੰਨੇ ਸੈਲਫਿਸ਼ ਆ ਆਪਣੀ ਸ਼ਾਪਿੰਗ ਤੇ ਆਪਣੀਆਂ ਚੀਜ਼ਾਂ ਦੇ ਉੱਤੇ ਇੰਨੇ ਪੈਸੇ ਖਰਚ ਕਰ ਦਿੰਦੇ ਆ ਸਾਰੀਆਂ ਚੀਜ਼ਾਂ ਦੇ ਤੇ ਲੁੱਕ ਐਟ them ਜਦੋਂ ਤੁਸੀਂ ਇੱਥੇ ਰਹਿੰਦੇ ਹੋ ਜਦੋਂ ਤੁਸੀਂ ਉਹਨਾਂ ਦੀ ਪੇਨ ਦੇਖਦੇ ਹੋ ਸਾਰੀਆਂ ਚੀਜ਼ਾਂ ਦੇਖਦੇ ਹੋ ਫਿਰ ਤੁਸੀਂ ਦੇਖਦੇ ਹੋ ਵੀ ਕਿੰਨੇ ਗੰਦੇ ਪੋਲੀਟੀਸ਼ੀਅਨਸ ਆ ਦੇ ਪਲੇ ਵਿਦ देयर ਇਮੋਸ਼ਨਸ ਉਹਨਾਂ ਨੂੰ ਕੋਈ ਫਿਕਰ ਨਹੀਂ ਹੈ ਕਿਸੇ ਵੀ ਚੀਜ਼ ਦੀ ਨਾ ਇਹਨਾਂ ਲੋਕਾਂ ਦੇ ਨਾਲ ਬਸ ਵੋਟਾਂ ਦੇ ਟਾਈਮ ਦੇ ਉੱਤੇ ਪੈਸੇ ਵੰਡ ਕੇ ਇਹਨਾਂ ਦੀਆਂ ਵੋਟਾਂ ਲੈ ਜਾਂਦੇ ਨੇ ਬਾਅਦ ਦੇ ਵਿੱਚ ਇਹਨਾਂ ਦਾ ਕੁਝ ਨਹੀਂ ਕਰਦੇ ਸੋ ਬੇਸਿਕਲੀ ਬਹੁਤ ਔਖਾ ਆ ਸਾਰਾ ਕੁਝ ਅਸਲੀ ਫਕੀਰ ਮੰਨਦੇ ਉਹਨਾਂ ਨੂੰ ਅਸਲੀ ਫਕੀਰ ਆ ਸੱਚੀ ਗੱਲ ਆ
ਭਾਜਪਾ ਵਾਲੇ ਉਹਨਾਂ ਨੂੰ ਕਿਉਂ ਨਹੀਂ ਗੱਲ ਸਮਝ ਆਉਂਦੀ ਆ, ਉਹ ਇਸ ਤਰ੍ਹਾਂ ਦੇ ਬਿਆਨ ਕਿਉਂ ਦਿੰਦੇ ਰਹਿੰਦੇ ਆ? ਉਹਨਾਂ ਨੂੰ ਆ ਕੇ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਆ ਕੇ ਇੱਥੇ ਦੀ ਸਥਿਤੀ ਵੇਖਣੀ ਚਾਹੀਦੀ ਹੈ? ਜੇਕਰ ਇੱਕ ਰਾਤ ਵੀ ਉਹ ਇੱਥੇ ਕੱਟ ਲੈਣ ਕਿਸਾਨਾਂ ਦੇ ਵਿੱਚ ਆ ਕੇ, ਤਾਂ ਮੇਰੇ ਹਿਸਾਬ ਦੇ ਨਾਲ ਉਹ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਕਦੇ ਨਹੀਂ ਕਰਨਗੇ ਕਿ ਉੱਥੇ ਕਿਸਾਨ ਨਹੀਂ ਬੈਠੇ, ਉੱਥੇ ਵੱਖਵਾਦੀ ਬੈਠੇ, ਅੱਤਵਾਦੀ ਬੈਠੇ ਆ, ਜਾਂ ਇਹ ਜਿਹੜਾ ਅੱਜ ਸ਼ਬਦ ਆਪਾਂ ਕਹਿ ਸਕਦੇ ਕਿ ਵਰਤਿਆ ਗਿਆ ਮਵਾਲੀ, ਬਹੁਤ ਵੱਡਾ ਸ਼ਬਦ ਹੈ ਇਹ। ਆਪਾਂ ਲੱਗਦਾ ਨਹੀਂ ਕਿ ਸੌਖਿਆਂ ਹੀ ਕਿਸੇ ਦੇ ਉੱਤੇ ਐਦਾਂ ਥੋਪ ਸਕਦੇ ਹਾਂ, ਥੋਪਿਆ ਗਿਆ ਸ਼ਬਦ ਆ, ਕਿਉਂਕਿ ਜਦੋਂ ਸੱਚਾਈ ਤੁਹਾਨੂੰ ਅਸਲ ਦੇ ਵਿੱਚ ਪਤਾ ਨਹੀਂ, ਜੋ ਲੋਕ ਇੱਥੇ ਆਉਣ ਤਾਂ ਇਹਨਾਂ ਚੀਜ਼ਾਂ ਤੋਂ ਕੋਸਾਂ ਦੂਰ ਹੋ ਜਾਣ। ਮੈਂ ਕਹਿਣਾ ਚਾਹੁੰਦੀ ਹਾਂ ਮਨਾਕਸ਼ੀ ਜੀ ਨੇ ਜਿਹੜਾ ਐਡਾ ਵੱਡਾ ਸ਼ਬਦ ਯੂਜ਼ ਕੀਤਾ, ਉਹਨਾਂ ਨੂੰ ਇੱਥੇ ਧਰਨਾ ਵਿਜ਼ਿਟ ਕਰਨਾ ਚਾਹੀਦਾ ਆ। ਉਹਨਾਂ ਨੂੰ ਵੇਖਣਾ ਚਾਹੀਦਾ ਕਿ ਇੱਥੇ ਬਜ਼ੁਰਗ ਕਿਵੇਂ ਬੈਠੇ ਆ, ਕਿਵੇਂ ਕਿਸਾਨ ਬੈਠੇ ਆ। ਰੱਬ ਦਾ ਰੂਪ ਆਓ, ਹਨਾ, ਆਪਾਂ ਕਹਿੰਦੇ ਸਾਡੀ ਗੁਰੂ ਦੀ ਫੌਜ ਆਓ। ਇੱਥੇ ਆਪਾਂ ਇਸ ਧਰਨੇ ਨੂੰ ਇੰਨਾ ਕੁ ਪਾਕ ਤੇ ਪਵਿੱਤਰ ਸਮਝਦੇ ਹਾਂ ਕਿ ਇੱਥੇ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ, ਇੱਥੇ ਧਰਨੇ ਤੇ ਆ ਗਏ, ਇੱਕ ਬਰਾਬਰ ਆ, ਇੱਥੇ ਗੁਰੂ ਦਾ ਲੰਗਰ ਚੱਲਦਾ ਆ। ਤੇ ਜੇ ਉਹ ਸਾਡੇ ਬਜ਼ੁਰਗਾਂ ਨੂੰ ਇਸ ਤਰੀਕੇ ਦੇ ਸ਼ਬਦ ਯੂਜ਼ ਕਰ ਸਕਦੀ ਹੈ ਨਾ, ਤੇ ਇਹੋ ਜਿਹੇ ਨਾ ਸਰਕਾਰ ਰਹੂਗੀ, ਇਹ ਸਰਕਾਰ ਨਾ ਆਪਾਂ ਰਹਿਣ ਦਵਾਂਗੇ, ਰਾਈਟ। ਔਰ ਇਹੋ ਜਿਹੇ ਲੋਕਾਂ ਨੂੰ ਤੇ ਕੀੜੇ ਹੀ ਪੈਂਦੇ ਹੁੰਦੇ ਆ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਆ। ਚਲੋ ਤੁਸੀਂ ਵਾਰ-ਵਾਰ ਜਿਹੜਾ ਇਮੋਸ਼ਨਲ ਹੋ ਰਹੇ ਹੋ, ਹੁੰਦਾ ਵੀ ਹੈ, ਇਮੋਸ਼ਨਸ ਜਿਹੜੇ ਆ ਉਹ ਜੜ ਜਾਂਦੇ ਆ। ਕਾਫੀ ਸਮੇਂ ਤੋਂ ਤੁਸੀਂ ਨਾਲ ਜਿਹੜਾ ਜੁੜੇ ਹੋਏ ਹੋ। ਜਦੋਂ ਇਸ ਤਰ੍ਹਾਂ ਹੁੰਦਾ, ਕੋਈ ਵੀ ਪ੍ਰੋਗਰਾਮ ਲਿਖਿਆ ਜਾਂਦਾ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ, ਜਦੋਂ ਇੱਥੋਂ ਰਵਾਨਾ ਕੀਤਾ ਤਾਂ ਬੜੇ ਖੁਸ਼ ਸੀਗੇ, ਜਦੋਂ ਵਾਪਸ ਆਏ ਤਾਂ ਬੜਾ ਭਰਵਾਂ ਸਵਾਗਤ ਕੀਤਾ। ਤਿਆਰੀ ਇਦਾਂ ਹੁੰਦੀ ਹੈ ਕਿ ਜੇਕਰ ਕੋਈ ਜਥਾ ਤੋਰ ਰਹੇ ਆ, ਸਵੇਰੇ ਕਿਸੇ ਕੰਮ ਦੇ ਲਈ ਇਸ ਤਰ੍ਹਾਂ ਜਾਣਾ, ਤਾਂ ਫਿਰ ਇੱਕ ਜਿਵੇਂ ਜੰਗ ਦੇ ਉੱਤੇ ਤੋਰਿਆ ਜਾਂਦਾ, ਉਸੇ ਤਰ੍ਹਾਂ ਕੀਤਾ ਜਾਂਦਾ ਪੂਰਾ? ਤਿਆਰੀ ਜਿਹੜੀ ਆ ਹੱਲਾਸ਼ੇਰੀ ਵੀ ਦਿੱਤੀ ਜਾਂਦੀ ਹੋ ਜੀ? ਉਸੇ ਤਰੀਕੇ ਦੇ ਨਾਲ ਸੀਗਾ। ਕੱਲ ਬਾਬਾ ਜੀ ਸੀਗੇ, ਬਾਬਾ ਜੀ ਨੇ ਅਰਦਾਸ ਕੀਤੀ, ਸਰੋਪੇ ਪਾਏ ਸੀਗੇ ਸਾਰਿਆਂ ਦੇ ਗਲੇ ਦੇ ਵਿੱਚ, ਔਰ ਬਹੁਤ ਚੰਗਾ ਲੱਗਾ ਕਿ ਐਂ ਤੁਸੀਂ ਕੋਈ ਜੰਗ ਜਿੱਤਣ ਵਾਸਤੇ ਚੱਲੇ ਹੋ। ਸੋ ਚੰਗੀ ਜੀ ਫੀਲਿੰਗ ਸੀਗੀ, ਔਰ ਸਾਰਿਆਂ ਦੇ ਵਿੱਚ ਬੜਾ ਜੋਸ਼ ਸੀਗਾ। ਔਰ ਵਧੀਆ ਗੱਲ ਇਹ ਹੈ ਵੀ ਕੋਈ ਘਬਰਾਉਂਦਾ ਨਹੀਂ ਹੈ। ਮਤਲਬ ਇੱਕ ਮੈਨੂੰ ਤੇ ਇਹ ਸੀਗਾ ਕਿ ਅਸੀਂ ਬੇਸਿਕਲੀ ਮਾਈ ਭਾਗੋ ਜੀ ਨੇ ਵੀ ਜੰਗ ਲੜੀ ਸੀਗੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ, ਹਨਾ, ਉਹਨਾਂ ਦੇ ਵਿੱਚ ਕਿੰਨਾ ਜੋਸ਼ ਹੋਊਗਾ ਉਸ ਟਾਈਮ ਦੇ ਉੱਤੇ। ਉਹੀ ਜੋਸ਼ ਜਿਹੜਾ ਸਾਡੇ ਵਿੱਚ ਵੀ ਕੱਲ ਅਸੀਂ ਦੇਖਿਆ ਅੰਦਰੋਂ ਵੀ, ਹਾਂ, ਸਾਡੇ ਲੋਕਾਂ ਵਾਸਤੇ ਲੜਨ ਵਾਸਤੇ। ਔਰ ਉਸੇ ਤਰੀਕੇ ਦਾ ਮੈਂ ਚਾਹੁੰਦੀ ਹਾਂ ਵੀ ਸਾਡੀ ਪੰਜਾਬ ਦੀਆਂ ਸਾਰੀਆਂ ਧੀਆਂ ਦੇ ਵਿੱਚ ਉਹੋ ਜਿਹਾ ਜੋਸ਼ ਹੋਣਾ ਚਾਹੀਦਾ, ਆਪਣੇ ਬਜ਼ੁਰਗਾਂ ਵਾਸਤੇ ਔਰ ਆਪਣੇ ਲੋਕਾਂ ਵਾਸਤੇ ਲੜਨ ਵਾਸਤੇ। ਮਹਿਲਾਵਾਂ ਟਿੱਕਰੀ ਬਾਰਡਰ ਦੇ ਉੱਤੇ ਬੜੀ ਵੱਡੀ ਗਿਣਤੀ ਦੇ ਵਿੱਚ ਬੈਠੀਆਂ ਹੋਈਆਂ, ਕਿਸ ਤਰ੍ਹਾਂ ਦਾ ਜਜ਼ਬਾ ਹੁੰਦਾ ਉਹਨਾਂ ਦੇ ਨਾਲ? ਜਦੋਂ ਤੁਸੀਂ ਵੀ ਉੱਥੇ ਸਟੇਜ ਵੱਲ ਜਾਂਦੇ ਹੋਵੋਗੇ, ਗੱਲਾਂ ਬਾਤਾਂ ਕਰਦੇ ਹੋਵੋਗੇ, ਕਿੱਦਾਂ ਦਾ ਜਜ਼ਬਾ ਹੁੰਦਾ? ਕਈ ਵਾਰ ਐਂ ਹੁੰਦਾ ਕਿ ਆਪ ਮਨ ਡੋਲ ਗਿਆ, ਪਰ ਉਹਨਾਂ ਦੀਆਂ ਗੱਲਾਂ ਸੁਣੀਆਂ ਤੇ ਫਿਰ ਹੱਲਾਸ਼ੇਰੀ ਪੜ ਗਈ। ਆਫ ਕੋਰਸ ਮੈਂ ਉਹਨਾਂ ਵੱਲ ਵੇਖ ਕੇ ਹੀ ਮੈਂ ਇੱਥੇ ਹਜੇ ਤੱਕ ਮੈਂ ਮੈਨੂੰ ਹੌਸਲਾ ਇੰਨਾ ਜ਼ਿਆਦਾ ਮਿਲਦਾ, ਬਿਕਾਜ਼ ਉਹ ਇੰਨੀਆਂ ਬਜ਼ੁਰਗ ਹੋ ਕੇ ਇੱਥੇ ਬੈਠ ਸਕਦੇ ਨੇ। ਇੰਨਾ ਉਹਨਾਂ ਦੇ ਵਿੱਚ ਹੌਸਲਾ ਆ ਲੜਨ ਦਾ ਵੀ, ਅੱਗੇ ਜਾਣ ਦਾ ਵੀ, ਤੇ ਫਿਰ ਸਾਡੇ ਵਿੱਚ ਕਿਉਂ ਨਹੀਂ? ਫਿਰ ਸਾਡੀ ਪੀੜ੍ਹੀ ਨੂੰ ਵੀ ਤੇ ਅੱਗੇ ਆਉਣਾ ਚਾਹੀਦਾ। ਉਹ ਕਿਹਦੇ ਕਰਕੇ ਲੜ ਰਹੇ ਨੇ? ਸਾਡੇ ਕਰਕੇ ਲੜ ਰਹੇ ਨੇ। ਫਿਰ ਸਾਡੀ ਸਾਰੀਆਂ ਭੈਣਾਂ ਨੂੰ, ਨੌਜਵਾਨ ਪੀੜ੍ਹੀ ਨੂੰ ਵੀ ਇੱਥੇ ਬਹਿਣਾ ਚਾਹੀਦਾ ਟਿਕਰੀ ਬਾਰਡਰ ਦੇ ਉੱਤੇ। ਇੰਨਾ ਜ਼ਿਆਦਾ ਸਵਾਰਥੀ ਨਹੀਂ ਹੋਣਾ ਚਾਹੀਦਾ। ਬੇਸਿਕਲੀ ਆਪਣੇ ਬਜ਼ੁਰਗਾਂ ਨੂੰ ਇੱਥੇ ਬਿਠਾਉਣਾ ਸਹੀ ਨਹੀਂਗਾ, ਆਪਾਂ ਨੂੰ ਇੱਥੇ ਬਹਿਣਾ ਚਾਹੀਦਾ। ਉਹਨਾਂ ਵਿਚਾਰਿਆਂ ਨੇ ਤੇ ਅੱਗੇ ਸਾਰੀ ਜ਼ਿੰਦਗੀ ਸਾਡੇ ਵਾਸਤੇ ਕੱਟੀ ਆ, ਸਾਡੇ ਵਾਸਤੇ ਕੀਤਾ, ਫਿਰ ਉਹਨਾਂ ਨੂੰ ਇੱਥੇ ਬਿਠਾਈਏ ਫਿਰ ਆਪਾਂ ਧੱਕੇ ਖਵਾਉਣ ਵਾਸਤੇ? ਇਹ ਉਮਰ ਉਹਨਾਂ ਦੀ ਧੱਕੇ ਖਾਣ ਦੀ ਨਹੀਂ, ਘਰ ਬਹਿਣ ਦੀ ਆ। ਸੋ ਮੇਰੀ ਇਹ ਰਿਕੁਐਸਟ ਆ ਨੌਜਵਾਨ ਪੀੜ੍ਹੀ ਨੂੰ, ਸਾਡੇ ਪੰਜਾਬ ਭਾਵੇਂ ਹਰਿਆਣਾ ਕਿਸੇ ਵੀ ਸਟੇਟ ਨੂੰ, ਤੁਸੀਂ ਅੱਗੇ ਨਿਕਲ ਕੇ ਆਓ। ਬਜ਼ੁਰਗਾਂ ਨੂੰ ਸਗੋਂ ਇੱਥੇ ਨਾ ਬਿਠਾਓ, ਬਜ਼ੁਰਗਾਂ ਨੂੰ ਘਰ ਬਿਠਾਓ। ਅੱਜ ਕਿੰਨੇ ਕੁ ਨੌਜਵਾਨ ਲੱਗਦੇ ਕਿ ਅੱਜ ਵੀ ਬੈਠੇ ਹੋਏ ਆ ਮੋਰਚੇ ਦੇ ਵਿੱਚ? ਕਿੰਨੀ ਕੁ ਗਿਣਤੀ ਲੱਗਦੀ ਹੈ? ਲੱਗਦਾ ਕਿ ਅੱਗੇ ਨਾਲੋਂ ਫਰਕ ਪਿਆ ਕੁਛ? ਵੇਖੋ, ਇਹ ਜਿਹਾ ਕੁਛ ਨਹੀਂ ਹੈ। ਮੋਰਚਾ ਚੜ੍ਹਦੀ ਕਲਾ ਦੇ ਵਿੱਚ ਹੈ, ਜਿਵੇਂ ਪਹਿਲਾਂ ਸੀਗਾ ਉਵੇਂ ਹੀ ਹੋਣਾ। ਲੋਕੀ ਘਰ ਜਾਂਦੇ ਆ, ਵਾਪਸ ਆ ਜਾਂਦੇ ਆ, ਬਟ ਲੋਕਾਂ ਜਦੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਹੁੰਦੀ ਆ ਉਦੋਂ ਫਿਰ ਵਾਪਸ ਆ ਜਾਂਦੇ ਆ, ਜਦੋਂ ਕੋਈ ਵੀ ਕਾਲ ਹੁੰਦੀ ਆ। ਬਟ ਦੁੱਖ ਉਦੋਂ ਲੱਗਦਾ ਹੈ ਜਦੋਂ ਇਹ ਜੀ ਤੁਸੀਂ ਜਿਹੜੀ ਗੱਲ ਦੱਸੀ ਅੱਜ ਕਿ ਬੱਸਾਂ ਭਰ ਕੇ ਕਿਸੇ ਪੋਲੀਟੀਸ਼ੀਅਨ ਦੇ ਸਮਰਥਨ ਵਾਸਤੇ ਜਾਣ, ਉਦੋਂ ਦੁੱਖ ਲੱਗਦਾ ਹੈ ਕਿ ਅਸੀਂ ਇੱਥੇ ਕਿਉਂ ਬੈਠੇ ਹਾਂ। ਫਿਰ ਆਪਣੇ ਆਪ ਨੂੰ ਅੰਦਰੋਂ ਆਪਾਂ ਕੁਐਸਚਨ ਕਰਦੇ ਹਾਂ, ਵਾਈ, ਬਿਕਾਜ਼ ਉਹਨਾਂ ਨੂੰ ਤੇ ਕੁਛ ਫਰਕ ਨਹੀਂ ਪੈਣ ਡਿਆ। ਇਹਦਾ ਮਤਲਬ ਵੀ ਵਿਲ ਬੀ ਆਲਸੋ ਵਨ ਆਫ ਆ ਫੋਟੋਆਂ ਦਾ, ਆਪਾਂ ਵੀ ਇਹ ਫੋਟੋਆਂ 'ਚ ਐਵੇਂ ਲਟਕ ਕੇ ਰਹਿ ਜਾਾਂਗੇ। ਇਹ ਫੋਟੋਆਂ ਦੇ ਵਿੱਚ ਆਪਾਂ ਲਟਕਣਾ ਇਸ ਕਰਕੇ ਨਹੀਂ ਚਾਹੁੰਦੇ ਕਿ ਇਹ ਕਮਾਉਣ ਵਾਲੀ ਗੱਲ ਹੈ, ਬਟ ਕੁਛ ਕਾਹਦੇ ਵਾਸਤੇ ਕਰ ਰਹੇ ਹਾਂ ਆਪਾਂ? ਫॉर द ਚੇਂਜ, ਫॉर द ਸੋਸ਼ਲ ਚੇਂਜ, ਤਾਂ ਕਿ ਸਾਰੇ ਕੁਛ ਚੇਂਜ ਆ ਸਕੇ, ਫਰੀडम ਮਿਲ ਸਕੇ ਕਿਸੇ ਚੀਜ਼ ਵਾਸਤੇ, ਹਨਾ। ਪਹਿਲੋਂ ਅੰਗਰੇਜ਼ਾਂ ਦੇ ਖਿਲਾਫ ਲੜਦੇ ਸੀਗੇ, ਅੱਜ ਆਪਾਂ ਕਾਰਪੋਰੇਟ ਸੈਕਟਰ ਦੇ ਖਿਲਾਫ ਲੜ ਰਹੇ ਹਾਂ ਕਿ ਉਹਨਾਂ ਦੀਆਂ ਜੰਜੀਰਾਂ ਦੇ ਵਿੱਚੋਂ ਇਹਨਾਂ ਨੂੰ ਕੱਢ ਸਕੀਏ, ਇਹਨਾਂ ਵਾਸਤੇ ਕੁਝ ਸੌਖਾ ਕਰ ਸਕੀਏ। ਜੇ ਆਪਾਂ ਇਹਨਾਂ ਵਾਸਤੇ ਨਾ ਕਰ ਸਕਾਂਗੇ, ਆਪਾਂ ਵੀ ਆ ਫੋਟੋਆਂ ਬਣ ਕੇ ਰਹਿ ਜਾਾਂਗੇ,
ਤੇ ਫਿਰ ਸਾਡੇ ਕੱਲ ਅੱਜ ਭਗਤ ਸਿੰਘ ਦੀਆਂ ਫੋਟੋਆਂ ਲਾਉਂਦੇ, ਕੱਲ ਨੂੰ ਸਾਡੀਆਂ ਲਾ ਦੇਣਗੇ, ਤੇ ਉਹਦਾ ਕੋਈ ਫਾਇਦਾ ਨਹੀਂ ਹੋਣਾ। ਉਹਦਾ ਫਾਇਦਾ ਤਦ ਹੋਣਾ ਹੈ ਜੇ ਤੁਸੀਂ ਸਿਸਟਮ ਨੂੰ ਚੇਂਜ ਕਰਨ ਦੇ ਵਿੱਚ ਹੈਲਪ ਕਰੋਗੇ, ਜੇ ਤੁਸੀਂ ਸਿਸਟਮ ਨੂੰ ਪ੍ਰੋਪਰ ਚੇਂਜ ਕਰੋਗੇ। ਸਾਰੀ ਜਿੰਨੇ ਪੰਜਾਬ ਦੇ ਸਾਡੇ ਭਰਾ ਨੇ ਉਹ ਸਾਰੇ ਭਗਤ ਸਿੰਘ ਦੀ ਸੋਚ ਵਾਂਗੂ ਹੋਣ, ਸਾਰੇ ਇਹ ਨਾ ਹੋਣ ਕਿ ਦੂਜੇ ਦੇ ਘਰ ਭਗਤ ਸਿੰਘ ਜੰਮੇ। ਖੁਦ ਵੀ ਬਣਨਾ ਪਊਗਾ ਤੁਹਾਨੂੰ, ਖੁਦ ਵੀ ਤੁਹਾਨੂੰ ਮਾਤਾ ਭਾਗ ਕੌਰ ਬਣਨਾ ਪਊਗਾ, ਉਹ ਔਰ ਖੁਦ ਵੀ ਤੁਹਾਨੂੰ ਗਦਰੀ ਗੁਲਾਬ ਕੌਰ ਬਣਨਾ ਪਊਗਾ, ਖੁਦ ਵੀ ਤੁਹਾਨੂੰ ਦੁਰਗਾ ਭਾਬੀ ਵਾਂਗੂ ਬਿਹੇਵ ਕਰਨਾ ਪਊਗਾ। ਜਦੋਂ ਤੱਕ ਸਾਰਾ ਪੰਜਾਬ ਇਸ ਤਰੀਕੇ ਨਾਲ ਬਿਹੇਵ ਨਹੀਂ ਕਰਦਾ, ਉਦੋਂ ਤੱਕ ਅਸੀਂ ਇਸ ਨੂੰ ਚੇਂਜ ਨਹੀਂ ਕਰ ਪਾਵਾਂਗੇ। ਕੁਛ ਲੋਕੀ ਕਰਕੇ ਜਾਣਗੇ, ਫਿਰ ਸਿਸਟਮ ਉਸੇ ਉਹੋ ਜਿਹਾ ਹੋ ਜਾਊਗਾ। ਟੂ ਮੇਨਟੇਨ ਦੈਟ ਯੂ ਹੈਵ ਟੂ ਚੇਂਜ ਯੋਰਸੈਲਫ ਐਂਡ ਯੂਥ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ਮੂਲੀਅਤ ਪਾਉਣੀ ਪਊਗੀ ਅੰਦੋਲਨ ਦੇ ਵਿੱਚ। ਬਿਲਕੁਲ, ਜਦੋਂ ਸ਼ਹੀਦ ਕੋਈ ਹੋ ਜਾਂਦਾ ਤਾਂ ਉਹਦੀਆਂ ਤਸਵੀਰਾਂ ਨੂੰ ਸਿਰਫ ਘਰ ਦੇ ਵਿੱਚ ਟੰਗਣ ਦੇ ਨਾਲ ਜਾਂ ਫਿਰ ਗੱਡੀਆਂ ਦੇ ਉੱਤੇ ਉਹ ਤਸਵੀਰਾਂ ਲਗਾਉਣ ਦੇ ਨਾਲ ਇਹ ਜਿਹੜੀ ਤਬਦੀਲੀ ਨਹੀਂ ਆਉਂਦੀ ਹੁੰਦੀ। ਸੋਚ ਦੇ ਵਿੱਚ ਤਬਦੀਲੀ ਲਿਆਉਣੀ ਪੈਂਦੀ ਹੈ। ਜੋ ਉਹਨਾਂ ਦੇ ਵਿਚਾਰ ਸੀਗੇ ਉਹਨਾਂ ਨੂੰ ਅਪਣਾਉਣ ਦੀ ਬੜੀ ਲੋੜ ਹੁੰਦੀ ਹੈ। ਜੋ ਉਹਨਾਂ ਨੇ ਕਿਤਾਬਾਂ ਦੇ ਵਿੱਚ ਜਾਣਕਾਰੀ ਲਿਖੀ ਹੈ ਜਾਂ ਜਾਣਕਾਰੀ ਉਹਨਾਂ ਦੇ ਬਿਹਾਫ ਦੇ ਉੱਤੇ ਕਿਸੇ ਦੇ ਵੱਲੋਂ ਲਿਖੀ ਗਈ, ਉਹਨੂੰ ਪੜ੍ਹਨਾ ਬੜਾ ਜ਼ਰੂਰੀ ਹੁੰਦਾ ਕਿ ਉਹ ਕੀ ਕਹਿੰਦੇ ਸੀ, ਉਹਨਾਂ ਦੀ ਸੋਚ ਕੀ ਸੀ, ਉਹ ਕੀ ਚਾਹੁੰਦੇ ਸੀਗੇ, ਔਰ ਉਹ ਚੀਜ਼ ਬਣਾਉਣੀ ਬੜੀ ਜ਼ਰੂਰੀ ਹੈ। ਫਿਰ ਹੀ ਤਬਦੀਲੀਆਂ ਹੁੰਦੀਆਂ। ਇੱਕ ਚੀਜ਼ ਹੋਰ ਮੈਂ ਜਾਣਨੀ ਚਾਹਣਾ ਕਿ ਲੱਗਦਾ ਕਿ ਇਸ ਮੋਰਚੇ ਦੇ ਵਿੱਚੋਂ ਜਿਹੜਾ ਇਲੈਕਸ਼ਨ ਹੈ ਜਾਂ ਕੋਈ ਪਾਰਟੀ ਨਿਕਲਣੀ ਚਾਹੀਦੀ, ਇਲੈਕਸ਼ਨ ਲੜਨਾ ਚਾਹੀਦਾ ਉਹਨਾਂ ਲੋਕਾਂ ਨੂੰ, ਕਿਉਂਕਿ ਆਪਾਂ ਕਿਸਾਨ ਆਗੂਆਂ ਦੇ ਨਾਲ ਗੱਲ ਕਰਦੇ ਹਾਂ ਤਾਂ ਉਹ ਮਨਾ ਕਰਦੇ ਆ। ਗੁਰਨਾਮ ਸਿੰਘ ਚੜੂਨੀ ਦਾ ਹਾਲੇ ਕੀ ਬਿਆਨ ਆਇਆ ਸੀਗਾ, ਪਰ ਯੂਥ ਦੀ ਸੋਚ ਇੱਕ ਵੱਖਰੀ ਹੁੰਦੀ ਹੈ। ਤੁਹਾਨੂੰ ਲੱਗਦਾ ਕਿ ਚੰਗੇ ਲੋਕ ਆਉਣ, ਜੇਕਰ ਸਿਆਸਤਦਾਨ ਚੰਗੇ ਨਹੀਂ ਹੈਗੇ ਤਾਂ ਇਸ ਮੋਰਚੇ ਦੇ ਵਿੱਚੋਂ ਕਿਉਂ ਨਾ ਨਿਕਲ ਕੇ ਉਹ ਸਿਆਸਤ ਦੇ ਵਿੱਚ ਆ ਜਾਣ? ਮੈਂ ਇਹ ਸੋਚਦੀ ਹਾਂ ਵੀ ਜਿੰਨੇ ਵੀ ਕਿਸਾਨ ਜਥੇਬੰਦੀਆਂ ਦੇ ਲੀਡਰਸ ਹੁੰਦੇ ਨੇ ਉਹ ਨਾਨ ਪੋਲੀਟੀਕਲ ਰਹਿਣੇ ਚਾਹੀਦੇ ਨੇ। ਉਹ ਪੋਲਿਟਿਕਸ 'ਚ ਨਹੀਂ ਹੋਣੇ ਚਾਹੀਦੇ। ਉਹਨਾਂ ਦੀ ਨਾਨ ਪੋਲੀਟੀਕਲ ਆਰਗੇਨਾਈਜੇਸ਼ਨ ਹੁੰਦੀ ਹੈ ਜਿਹੜੀ ਕਿਸਾਨ ਜਥੇਬੰਦੀਆਂ ਹੁੰਦੀਆਂ ਨੇ। ਉਹ ਹਮੇਸ਼ਾ ਗਵਰਨਮੈਂਟ ਦੇ ਵਿੱਚ ਜਿਹੜੀ ਕੋਈ ਗਲਤ ਗੱਲ ਹੁੰਦੀ ਹੋਵੇ ਉਸ ਨੂੰ ਇਨਕਾਊਂਟਰ ਕਰਨ ਵਾਸਤੇ ਵੀ ਕੋਈ ਨਾ ਕੋਈ ਹੋਣਾ ਚਾਹੀਦਾ ਆ। ਬਿਕਾਜ਼ ਗਵਰਨਮੈਂਟ ਦੇ ਵਿੱਚ ਸਾਰੇ ਪਰਫੈਕਟ ਨਹੀਂ ਹੁੰਦੇ, ਕੋਈ ਕਰਪਟ ਹੁੰਦਾ ਆ, ਕੋਈ ਸਹੀ ਹੁੰਦਾ, ਕੋਈ ਗਲਤ ਹੁੰਦਾ ਆ। ਸੋ ਕਿਸਾਨ ਜਥੇਬੰਦੀਆਂ ਦੇ ਲੀਡਰਸ ਨੂੰ ਕਦੀ ਇਲੈਕਸ਼ਨ ਨਹੀਂ ਲੜਨੀ ਚਾਹੀਦੀ। ਉਹਨਾਂ ਨੂੰ ਇਸੇ ਤਰੀਕੇ ਨਾਲ ਨਾਨ ਪੋਲੀਟੀਕਲ ਰਹਿਣਾ ਚਾਹੀਦਾ ਆ। ਹਾਂ, ਜੇ ਕੋਈ ਹੋਰ ਮੋਰਚੇ ਦੇ ਵਿੱਚੋਂ ਚੰਗੇ ਲੋਕੀ ਨੇ ਜਿਹੜੇ ਕਿ ਇੱਕ ਚੰਗੇ ਚਿਹਰੇ ਬਣ ਸਕਦੇ ਨੇ, ਜਿਹੜੇ ਸਮਾਜ ਸੇਵਾ ਕਰਦੇ ਨੇ, ਜਿਹੜੇ ਦਿਲੋਂ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਆਉਣਾ ਚਾਹੀਦਾ ਆ। ਔਰ ਜੇ ਉਹ ਵੀ ਅਗਲੇ 5 ਸਾਲ ਦੇ ਵਿੱਚ ਕਰਪਟ ਹੋ ਜਾਣ ਔਰ ਗਲਤ ਕਰਨ, ਫਿਰ ਲੋਕਾਂ ਨੂੰ ਉਹਨਾਂ ਨੂੰ ਵੀ ਕ੍ਰਾਸ ਮਾਰ ਕੇ ਕੱਢ ਦੇਣਾ ਚਾਹੀਦਾ। ਫੈਮਿਲੀ ਟਰੀਜ਼ ਨਹੀਂ ਬਣਨੇ ਚਾਹੀਦੇ। ਅੱਜ ਜੇ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਦੇ ਆਪਾਂ, ਲੋਕ ਠੀਕ ਆ ਜਾਣ ਲੱਗ ਗਏ, ਲੋਕ ਜਿਹੜੇ ਨੇ ਉਹਨਾਂ ਨੂੰ ਵਧਾਈਆਂ ਵੀ ਦੇਣ ਲੱਗ ਗਏ, ਪਰ ਜੇਕਰ ਨਵਜੋਤ ਸਿੰਘ ਸਿੱਧੂ, ਕਿਉਂਕਿ ਹੁਣ ਤੱਕ ਉਹਨਾਂ ਦੇ ਉੱਤੇ ਮੇਰੇ ਹਿਸਾਬ ਦੇ ਨਾਲ ਕਰਪਸ਼ਨ ਦੇ ਜਿਹੜੇ ਇਲਜ਼ਾਮ ਨਹੀਂ ਲੱਗੇ, ਜਾਂ ਕਹਿ ਲਓ ਕਿ ਕੋਈ ਹੋਰ ਵੀ ਇਲਜ਼ਾਮ ਜਿਹੜੇ ਉਹਨਾਂ ਦੇ ਉੱਤੇ ਨਹੀਂ ਲੱਗਦੇ ਰਹੇ। ਇੱਕ ਇਲਜ਼ਾਮ ਉਹਨਾਂ 'ਤੇ ਇਹ ਲੱਗਦਾ ਕਿ ਉਹ ਪਾਰਟੀ ਦੇ ਵਿੱਚ ਤਬਦੀਲੀਆਂ ਲਿਆਉਂਦੇ ਰਹੇ, ਕਦੇ ਉਸ ਪਾਰਟੀ ਨੂੰ ਚੰਗਾ ਕਹਿ ਦਿੰਦੇ ਸੀ, ਦੂਜੀ ਨੂੰ ਮਾੜਾ ਕਹਿੰਦੇ ਸੀ, ਉਹਦੇ ਵਿੱਚ ਚਲੇ ਜਾਂਦੇ ਸੀਗੇ। ਤੇ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨਾਲ 36 ਦਾ ਅੰਕੜਾ ਰਿਹਾ, ਬੇਅਦਬੀ ਦਾ ਮੁੱਦਾ ਭਾਰੂ ਰਿਹਾ, ਉਹਦੇ ਲੈ ਕੇ ਸਵਾਲ ਖੜੇ ਕਰਦੇ ਰਿਹਾ, ਨਸ਼ਿਆਂ ਦਾ ਮੁੱਦੇ ਨੂੰ ਲੈ ਕੇ ਸਵਾਲ ਖੜੇ ਕਰਦੇ ਰਿਹਾ, ਬੇਰੁਜ਼ਗਾਰੀ ਨੂੰ ਜਾਂ ਕਰਜ਼ਾ ਮੁਆਫੀ ਨੂੰ, ਉਹਨਾਂ ਸਾਰਿਆਂ ਮੁੱਦਿਆਂ ਨੂੰ ਉਹ ਖੜੇ ਕਰਦੇ ਰਿਹਾ। ਅੱਜ ਨਵਜੋਤ ਸਿੰਘ ਸਿੱਧੂ ਜੇਕਰ ਸਿਆਸਤ ਦੇ ਵਿੱਚ ਆ ਗਏ ਆ, ਪ੍ਰਧਾਨ ਬਣ ਗਏ ਆ, ਸਿਆਸਤ ਦੇ ਵਿੱਚ ਚਲੋ ਪਹਿਲਾਂ ਸੀਗੇ, ਉਹਨਾਂ ਦੇ ਨਾਲ ਕੁਝ ਤਬਦੀਲੀ ਆਊਗੀ? ਜਾਂ ਫਿਰ ਜੇਕਰ ਉਹ ਜਿਹੜੇ ਮੁੱਦੇ ਪਹਿਲਾਂ ਕੈਪਟਨ ਦੇ ਖਿਲਾਫ ਚੱਕਦੇ ਰਹੇ ਆ, ਜੇ ਅੱਜ ਉਹਨਾਂ ਦੇ ਉੱਤੇ ਚੁੱਪ ਹੋ ਜਾਂਦੇ ਆ, ਤਾਂ ਫਿਰ ਕਾਂਗਰਸ ਪਾਰਟੀ ਵੀ ਗਈ ਔਰ ਨਵਜੋਤ ਸਿੰਘ ਸਿੱਧੂ ਵੀ ਆਪਣੀ ਸਾਖ ਜਿਹੜੀ ਉਹ ਗਵਾ ਲੈਣਗੇ। ਸਭ ਤੋਂ ਇੰਪੋਰਟੈਂਟ ਇਹ ਗੱਲ ਹੈ ਕਿ ਕਾਂਗਰਸ ਦੇ ਜਿੰਨੇ ਐਮਐਲਏਜ਼ ਨੇ ਇਸ ਟਾਈਮ ਦੇ ਉੱਤੇ, ਸਾਡੇ ਮਾਝੇ ਏਰੀਆ ਦੇ ਵਿੱਚੋਂ ਜਿਹੜੇ ਐਮਐਲਏਜ਼ ਨੇ ਜਿਨ੍ਹਾਂ ਨੇ ਮਾਈਨਿੰਗ ਦਾ ਲੁੱਟ ਖੋ ਇੰਨੀ ਬਲੈਕ ਕੀਤੀ ਹੋਈ ਹੈ, ਜਿਨ੍ਹਾਂ ਲੋਕਾਂ ਨੇ, ਸਾਰਿਆਂ ਨੂੰ ਲੋਕਾਂ ਨੂੰ ਪਤਾ, ਮੈਨੂੰ ਨਾਮ ਲੈਣ ਦੀ ਲੋੜ ਨਹੀਂ। ਕੈਪਟਨ ਵੀ ਫਾਈਲਾਂ ਲੈ ਕੇ ਗਿਆ ਸੀ ਹਾਈ ਕਮਾਂਡ ਕੋਲੇ। ਮੈਂ ਤੁਹਾਨੂੰ ਦੱਸ ਰਹੀ ਹਾਂ ਇਹ ਗੱਲ, ਸਾਰਿਆਂ ਦੀਆਂ ਫਾਈਲਾਂ ਹੈਗੀਆਂ ਨੇ, ਸਾਰਿਆਂ ਦੀਆਂ ਕਰਤੂਤਾਂ ਹੈਗੀਆਂ ਨੇ, ਕੀ ਕਿੰਨੇ ਕੀਤਾ ਹੈ। ਸ਼ਰਾਬ ਦੇ ਠੇਕੇ, ਮਾਈਨਿੰਗ ਦਾ ਬਿਜ਼ਨਸ, ਜਿਨ੍ਹਾਂ ਲੋਕਾਂ ਨੂੰ ਲੁੱਟ ਕੇ ਖਾ ਲਿਆ। ਜੇ ਸਿੱਧੂ ਅੱਜ ਨਵਜੋਤ ਸਿੰਘ ਸਿੱਧੂ ਉਹੀ ਐਮਐਲਏਸ ਨੂੰ ਸਮਰਥਨ ਲੈ ਕੇ ਪ੍ਰਧਾਨ ਬਣਦਾ ਪਿਆ, ਇਟ ਮੀਨਸ ਇਹਦਾ ਤੁਸੀਂ ਆਨਸਰ ਦੱਸੋ ਤੁਸੀਂ ਮੈਨੂੰ ਖੁਦ ਕਿ ਇਹਦਾ ਆਨਸਰ ਕੀ ਹੈ। ਇਫ ਹੀ ਇਜ਼ ਸੇਇੰਗ ਰੋਂਗ ਟੂ ਕੈਪਟਨ ਅਮਰਿੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ ਦੇ ਕੋਲ ਵੀ ਤੇ ਉਹੀ ਐਮਐਲਏ ਸੀਗੇ ਜਿਹੜੇ 4 ਸਾਲਾਂ ਤੋਂ ਕਰਪਸ਼ਨ ਕਰ ਰਹੇ ਸੀਗੇ, ਜਿਹੜੇ ਲੋਕਾਂ ਨੂੰ ਲੁੱਟਾਂ ਖੋਹਾਂ ਕਰ ਰਹੇ ਸੀਗੇ, ਜਿਹੜੇ ਮਾਈਨਿੰਗ ਦੇ ਬਿਜ਼ਨਸ ਕਰ ਰਹੇ ਸੀਗੇ, ਇਹੋ ਜਿਹਾ ਕੁਝ ਬਲੈਕ ਦਾ ਕੰਮ ਕਰ ਰਹੇ ਸੀਗੇ, ਜਿਨ੍ਹਾਂ ਨੇ ਇੰਨੇ ਪੈਸੇ ਕਮਾਏ ਜਿਹੜੇ ਉਹਨੂੰ ਦਿੱਤੇ ਜਾਂ ਸੈਂਟਰ ਨੂੰ ਦਿੱਤੇ। ਤੇ ਫਿਰ ਜੇ ਸਿੱਧੂ ਇੰਨਾ ਚੰਗਾ ਹੈ ਤੇ ਫਿਰ ਸਿੱਧੂ ਜੀ ਨੂੰ ਨਵੇਂ ਐਮਐਲਏਜ਼ ਅਪਾਇੰਟ ਕਰਨੇ ਚਾਹੀਦੇ ਆ, ਫਰੈਸ਼ ਚਿਹਰੇ ਕਰਨੇ ਚਾਹੀਦੇ ਆ, ਜਿਹੜੇ ਕਿ ਚੰਗੇ ਲੋਕੀ ਹੋਣ, ਜਿਹੜੇ ਚੰਗੇ ਹੋਣ ਨਾ। ਇਹਨਾਂ ਲੋਕਾਂ ਨੂੰ ਨਹੀਂ ਨਾ ਕਰਨਾ ਚਾਹੀਦਾ ਜਿਹੜੇ ਕਰਪਟ ਆ ਆਲਰੇਡੀ।
ਮੈਂ ਮਾਫੀ ਚਾਹਣਾ ਇਹਦੇ ਤੇ ਮੈਂ ਸਵਾਲ ਇੱਕ ਕਾਊਂਟਰ ਕਰਨਾ ਚਾਹਣਾ। ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਫਾਇਆ ਜਿਹੜਾ ਹੌਲੀ ਹੌਲੀ ਕਰਨ ਲੱਗ ਜਾਣ, ਕਿਉਂਕਿ ਹੁਣ ਤਾਂ ਪੋਸੀਬਲ ਨਹੀਂ ਹੈ ਨਾ। ਅਗਲੀ ਵਾਰ ਜਦੋਂ ਲੱਗੂਗਾ ਉਹਨਾਂ ਨੂੰ ਕਿ ਬਦਲਾਅ ਕਰਨਾ ਚਾਹੀਦਾ, ਕੈਬਨਿਟ ਮੰਤਰੀ ਬਦਲ ਦੇਣੇ ਚਾਹੀਦੇ ਆ, ਜਾਂ ਇਹ ਤੁਹਾਨੂੰ ਲੱਗਦਾ ਹੈ? ਇਹ ਤੁਹਾਨੂੰ ਲੱਗਦਾ ਵੀ ਐਵੇਂ ਹੋਊਗਾ? ਇਹ ਹੋਣਾ ਚਾਹੀਦਾ? ਮੈਨੂੰ ਇਹਦੇ ਦੇਖੋ, ਇਹ ਆਪਾਂ ਵੀ ਕਹਿੰਦੇ ਆ ਹੋਣਾ ਚਾਹੀਦਾ ਹੈ, ਬਟ ਜਿਹੜੀ ਸਿਆਸਤ ਹੈ ਨਾ, ਜਿਵੇਂ ਫੋਰ ਐਗਜ਼ਾਮਪਲ ਇਹ ਜੇ ਕਾਂਗਰਸ ਹੈ, ਕਾਂਗਰਸ ਦੇ ਵਿੱਚ ਜਿਹੜੀਆਂ ਮਿਨਿਸਟਰੀਜ਼ ਨੇ, ਤੁਹਾਨੂੰ ਇਹ ਮਿਨਿਸਟਰੀਜ਼ ਹਰ ਇੱਕ ਬੰਦੇ ਨੂੰ ਜਗ੍ਹਾ ਜਗ੍ਹਾ ਦੀ ਜਿਹੜੀ ਮਿਨਿਸਟਰੀ ਦਿੱਤੀ ਹੈ ਉਹ ਤੋਂ ਜਿੰਨਾ ਪੈਸਾ ਆਇਆ ਕਮਾ ਕੇ ਇਹਨਾਂ ਕੋ ਜਾਂਦਾ ਹੈ, ਫਿਰ ਗਾਂਹ ਜਾਂਦਾ ਹੈ। ਇਹਦੇ ਵਿੱਚ ਇਹਨਾਂ ਸਾਰਿਆਂ ਦੇ ਹਿੱਸੇ ਹੁੰਦੇ ਆ, ਇਹ ਸਾਰੀਆਂ ਚੀਜ਼ਾਂ ਦੇ ਵਿੱਚ। ਤੁਹਾਨੂੰ ਲੱਗਦਾ ਹੈ ਵੀ ਜੇ ਇਹ ਇੰਨੇ ਸਾਫ਼ ਸੁਥਰੇ ਨੇ, ਇੰਨੇ ਚੰਗੇ ਨੇ, ਤੇ ਫਿਰ ਉਹਨਾਂ ਨੂੰ ਕੱਢ ਦੇਣ? ਉਹ ਜਿਹੜੇ ਕਰਪਟ ਮਿਨਿਸਟਰਸ ਨੇ, ਕਰਪਟ ਐਮਐਲਏਸ ਨੇ, ਉਹਨਾਂ ਨੂੰ ਕੱਢਣ ਨਾ। ਉਹਨਾਂ ਨੂੰ ਕਿਉਂ ਨਹੀਂ ਕੱਢ ਦਿੰਦੇ ਜੇ ਇੰਨੇ ਚੰਗੇ ਨੇ? ਸਭ ਤੋਂ ਵੱਡਾ ਕੁਐਸਚਨ ਇਹ ਹੈ, ਜਦੋਂ ਬੀਜੇਪੀ ਦੇ ਸਟਾਰ ਕੈਂਪੇਨਰ ਬਣੇ ਸੀਗੇ, ਜਦੋਂ ਉਹਨਾਂ ਨੇ ਰਾਹੁਲ ਗਾਂਧੀ ਨੂੰ ਪੱਪੂ ਕਿਹਾ ਸੀਗਾ, ਜਦੋਂ ਉਹਨਾਂ ਨੇ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ, ਜਿਨ੍ਹਾਂ ਦੀ ਮੈਂ ਬਹੁਤ ਰਿਸਪੈਕਟ ਕਰਦੀ ਹਾਂ, ਮਨਮੋਹਨ ਸਿੰਘ, ਉਹਨਾਂ ਨੇ ਕਿਹਾ ਸੀਗਾ ਹੀ ਇਜ਼ ਸੋਨੀਆ ਗਾਂਧੀਜ਼ ਪਪੇਟ। ਉਸ ਟਾਈਮ ਦੇ ਉੱਤੇ ਉਹਨਾਂ ਨੇ ਕਿਉਂ ਆ ਵਰਡਸ ਕਹੇ ਉਹਨਾਂ ਵਾਸਤੇ, ਰਾਈਟ? ਸਾਡੀ ਕੋਈ ਇੱਕ ਵੈਲਿਊ ਆਫ ਵਰਡਸ ਹੁੰਦੇ ਆ, ਸਾਡੀ ਇੱਕ ਸਟੈਂਡ ਹੁੰਦਾ ਆ। ਜੇ ਆਪਾਂ ਇੱਕ ਪਾਰਟੀ 'ਚ ਆਂ ਤਾਂ ਆਪਾਂ ਜ਼ਿੰਦਗੀ ਭਰ ਉਸੇ ਪਾਰਟੀ ਵਾਸਤੇ ਮਰਾਂਗੇ, ਜਿਵਾਂਗੇ, ਜੋ ਵੀ ਹੈ। ਤੁਸੀਂ ਉਹੋ ਹੀ ਵਰਡਸ ਯੂਜ਼ ਕਰਦੇ ਹੋ, ਫਿਰ ਤੁਸੀਂ ਕਾਂਗਰਸ 'ਚ ਆ ਕੇ ਉਹਨਾਂ ਵਾਸਤੇ ਯੂਜ਼ ਕਰਨਾ ਸ਼ੁਰੂ ਕਰ ਦਿੰਦੇ ਹੋ। ਵਾਟ ਇਜ਼ ਦ ਕ੍ਰੈਡੀਬਿਲਿਟੀ ਆਫ ਯੋਰ ਵਰਡਸ ਦੈਨ? ਬਦਲਾਅ ਕੀ ਹੈ ਪੰਜਾਬ ਦੇ ਵਿੱਚ? ਕੀ ਲੱਗਦਾ ਕਿ ਕੀ ਬਦਲਾਅ ਹੋਣਾ ਚਾਹੀਦਾ? ਕਿਉਂਕਿ ਸਿਆਸਤ ਜੇਕਰ ਲੋਕਾਂ ਦੇ ਲਈ ਜਾਂ ਪੰਜਾਬ ਦੇ ਭਲੇ ਦੇ ਲਈ ਕੁਝ ਕਰਨਾ, ਤਾਂ ਫਿਰ ਕੁਝ ਨਾ ਕੁਝ ਤਾਂ ਬਣਾਉਣਾ ਹੀ ਪਊਣਾ, ਲੋਕਾਂ ਨੂੰ ਚੁਣਨਾ। ਲੋਕਾਂ ਨੂੰ ਜਦੋਂ ਤੱਕ ਪੰਜਾਬ ਦੇ ਲੋਕੀ ਖੁਦ ਨਹੀਂ ਚਾਹਣਗੇ, ਲੋਕਾਂ ਦੇ ਵਿੱਚ ਬਦਲਾਵ, ਸਿਆਸਤ ਦੇ ਵਿੱਚ ਬਦਲਾਵ ਨਹੀਂ ਆ ਸਕਦਾ। ਜੇ ਲੋਕੀ ਇਸੇ ਤਰੀਕੇ ਦੇ ਨਾਲ ਭੰਗੜੇ ਪਾਉਣਗੇ, ਜੇ ਲੋਕੀ ਇਸੇ ਤਰੀਕੇ ਦੇ ਨਾਲ ਸਮਰਥਨ ਦੇਣਗੇ, ਤੇ ਫਿਰ ਆਹ ਮੋਰਚਾ ਨਹੀਂ, ਮੈਂ ਕਹਿੰਨੀ ਆ, ਮੈਂ ਤੁਹਾਨੂੰ ਜੋ ਅੱਗੇ ਗੱਲ ਕਹੀ, ਭਗਤ ਸਿੰਘ ਦੀ ਫੋਟੋਆਂ ਲੱਗੀਆਂ ਤੇ ਬੀਬੀ ਮਾਤਾ ਗੁਲਾਬ ਕੌਰ ਜੀ ਦੀ ਵੀ ਫੋਟੋ ਲੱਗੀ ਹੈ, ਦੁਰਗਾ ਭਾਬੀ ਦੀ ਵੀ ਫੋਟੋ ਲੱਗੀ ਹੈ। ਇਸੇ ਤਰੀਕੇ ਦੇ ਨਾਲ ਇਸ ਮੋਰਚੇ ਦੇ ਉੱਤੇ ਵੀ ਬੜਿਆਂ ਦੀਆਂ ਫੋਟੋਆਂ ਲੱਗ ਜਾਣਗੀਆਂ। ਖੱਟਿਆ ਕੀ ਆਪਾਂ? ਨਥਿੰਗ ਆਊਟ ਆਫ ਦੈਟ, ਕੁਛ ਨਹੀਂ ਖੱਟਿਆ। ਇਹ ਫੋਟੋਆਂ ਲੱਗ ਜਾਣਗੀਆਂ, ਇੱਕ ਹੋਰ ਮੋਰਚਾ ਲੱਗੂਗਾ ਆਉਣ ਵਾਲੇ ਟਾਈਮ ਦੇ ਉੱਤੇ, ਉਹ 'ਚ ਵੀ ਸਾਡੇ ਵਰਗੇ ਹੋਰ ਜਵਾਕ ਆਉਣਗੇ, ਉਸੇ ਤਰੀਕੇ ਨਾਲ ਬੋਲ ਕੇ ਉਸੇ ਤਰੀਕੇ ਨਾਲ ਖਤਮ ਕਰ ਲੈਣਗੇ। ਜਦੋਂ ਤੱਕ ਸਾਡੀ ਆਮ ਜਨਤਾ ਨਹੀਂ ਚਾਹੂਗੀ ਬਦਲਾਵ ਲਿਆਉਣਾ, ਉਦੋਂ ਤੱਕ ਕਿਤੇ ਕੋਈ ਬਦਲਾਵ ਨਹੀਂ ਆ ਸਕਦਾ। ਦੀਪ ਸਿੱਧੂ ਇਸ ਅੰਦੋਲਨ ਦੇ ਵਿੱਚ ਪਹਿਲਾਂ ਕਾਫੀ ਸਰਗਰਮ ਰਹੇ। 26 ਦਾ ਜਦੋਂ ਕੰਮ ਹੋਇਆ, ਚਾਹੇ ਉਹ ਸਰਕਾਰ ਨੇ ਜੋ ਮਰਜ਼ੀ ਕਿਹਾ ਹੋਵੇ, ਕਿਸਾਨ ਮੋਰਚੇ ਵਾਲਿਆਂ ਨੇ ਵੀ ਕਾਫੀ ਕੁਝ ਕਹਿ ਦਿੱਤਾ ਉਹਦੇ ਉੱਤੇ, ਤਾਂ ਕੀ ਲੱਗਦਾ ਹੈ ਦੀਪ ਸਿੱਧੂ ਦੀ ਸ਼ਮੂਲੀਅਤ ਜਿਹੜੀ ਆ ਉਹਦੇ ਵਿੱਚ ਹੈਗੀ ਸੀਗੀ? ਤੇ ਅੱਜ ਦੀਪ ਸਿੱਧੂ ਨੂੰ ਤੁਸੀਂ ਕਿੱਥੇ ਦੇਖਦੇ ਹੋ? ਕਿਉਂਕਿ ਉਹ ਬਿਲਕੁਲ ਵੀ ਸਰਗਰਮ ਨਜ਼ਰ ਨਹੀਂ ਆ ਰਹੇ, ਤੇ ਨਾ ਹੀ ਕਿਸਾਨ ਮੋਰਚਾ ਜਿਹੜਾ ਉਹ ਉਹਨਾਂ ਨੂੰ ਅਪਣਾਉਣ ਦੇ ਲਈ ਤਿਆਰ ਹੈ। ਵੇਖੋ, ਮੈਂ ਕਿਸੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੀ। ਹਰ ਇੱਕ ਦੀ ਆਪਣੀ ਪਰਸਨਲ ਲਾਈਫ ਆ, ਕੋਈ ਕਿੰਨੀ ਸ਼ਮੂਲੀਅਤ ਦੇਣਾ ਚਾਹੁੰਦਾ, ਕੋਈ ਕਿੰਨੀ ਸ਼ਮੂਲੀਅਤ ਨਹੀਂ ਦੇਣਾ ਚਾਹੁੰਦਾ, ਰਾਈਟ? ਉਹਦੀ ਆਪਣੀ ਮਰਜ਼ੀ ਆ ਵੀ ਉਹ ਕੀ ਸੋਚ, ਉਹਦਾ ਕੀ ਸੋਚ ਹੈ ਕਿਸਾਨ ਮੋਰਚੇ ਬਾਰੇ। ਸਾਡੀ ਇਹ ਸੋਚ ਹੈ, ਅਸੀਂ ਪਹਿਲੇ ਦਿਨ ਤੋਂ ਜੁੜੇ ਸੀਗੇ, ਐਂਡ ਤੱਕ ਇਸ ਮੋਰਚੇ ਦੇ ਨਾਲ ਆ, ਮਰਾਂਗੇ, ਜੀਵਾਂਗੇ, ਕਟਾਂਗੇ, ਇਸ ਮੋਰਚੇ ਵਾਸਤੇ ਕਰਾਂਗੇ। ਭਾਵੇਂ ਸਾਡੀਆਂ ਵੀ ਫੋਟੋਆਂ ਲੱਗਣ, ਕੱਲ ਨੂੰ ਇੱਕ ਹੋਰ ਮੋਰਚਾ ਲੱਗੇ, ਕਿਉਂਕਿ ਇਹ ਜਨਤਾ ਦੇ ਵਿੱਚ ਚੇਂਜ ਆਉਣਾ ਚਾਹੀਦਾ ਆ, ਲੋਕਾਂ ਦੇ ਵਿੱਚ ਚੇਂਜ ਆਉਣਾ ਚਾਹੀਦਾ। ਜਦੋਂ ਤੱਕ ਲੋਕੀ ਖੁਦ ਦਿਲੋਂ ਚੇਂਜ ਨਹੀਂ ਲਿਆਉਣਾ ਚਾਹਣਗੇ, ਉਦੋਂ ਤੱਕ ਨਹੀਂ ਆ ਸਕਦਾ। ਰਾਜਨੀਤੀ ਦੇ ਵਿੱਚ ਆਉਂਗੇ? ਕੌਣ? ਤੁਸੀਂ? ਵੇਖੋ, ਰਾਜਨੀਤੀ ਇੰਨੀ ਕੁ ਜ਼ਿਆਦਾ ਗੰਦੀ ਗੇਮ ਆ। ਰਾਜਨੀਤੀ ਨੂੰ ਬਦਲਣ ਵਾਸਤੇ ਮੈਂ ਤਾਂ ਇਹੋ ਕਹਿ ਰਹੀ ਹਾਂ, ਲੋਕਾਂ ਨੂੰ ਇਹ ਚਾਹੀਦਾ ਆ, ਲੋਕੀ ਜੇ ਕਹਿਣਗੇ ਤੇ, ਜੇ ਲੋਕੀ ਕਹਿਣਗੇ ਤੇ ਕਿ ਤੁਸੀਂ ਆਓ ਸਾਡੇ ਵਾਸਤੇ ਕੰਮ ਕਰੋ। ਕਿਉਂਕਿ ਮੈਂ ਇਹ ਨਹੀਂ ਮੰਨਦੀ ਕਿ ਐਮਐਲਏ ਬਣਨਾ ਕੋਈ ਵੱਡੀ ਗੱਲ ਹੈ। ਮੈਂਬਰ ਆਫ ਪਾਰਲੀਮੈਂਟ ਤੇ ਮੈਂ ਬਣ ਗਈ ਗੱਲ ਕਿਸਾਨਾਂ ਦੀ, ਇਸ ਤੋਂ ਵੱਡੀ ਮਾਣ ਦੀ ਗੱਲ ਹੋ ਸਕਦੀ ਹੈ? ਇਸ ਤੋਂ ਵੱਡੀ ਬਲੈਸਿੰਗ ਨਹੀਂ ਕੋਈ ਹੋ ਸਕਦੀ ਕਿ ਮੈਂ ਕਿਸਾਨਾਂ ਦੀ ਪਾਰਲੀਮੈਂਟ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਦੀ ਮੈਨੂੰ ਇੰਨਾ ਵੱਡਾ ਮਤਲਬ ਕਰਾਊਨ ਦਿੱਤਾ ਹੈ ਕਿਸਾਨਾਂ ਨੇ। ਇਸ ਤੋਂ ਵੱਡੀ ਹੋਰ ਕੋਈ ਗੱਲ ਹੋ ਹੀ ਨਹੀਂ ਸਕਦੀ। ਪੋਲਿਟਿਕਸ ਤੋਂ ਬਿਨਾਂ ਹੀ ਮੈਨੂੰ ਉਹਨਾਂ ਨੇ ਆਪਣਾ ਇੰਨਾ ਜ਼ਿਆਦਾ ਸਮਰਥਨ ਦਿੱਤਾ ਹੈ। ਮੈਨੂੰ ਹੋਰ ਕੀ ਚਾਹੀਦਾ ਜ਼ਿੰਦਗੀ ਦੇ ਵਿੱਚ? ਮੈਂ ਉਹਨਾਂ ਦੀ ਸੇਵਾ ਕਰ ਰਹੀ ਹਾਂ। ਬਾਕੀ ਰਹੀ ਗੱਲ ਐਮਐਲਏਸ ਦੀ ਜਾਂ ਇਹਨਾਂ ਦੀ, ਉਹ ਵੀ ਤੇ ਉਹਨਾਂ ਦਾ ਮਤਲਬ ਕਿ ਉਹ ਪਬਲਿਕ ਸਰਵੈਂਟਸ ਨੇ, ਗਵਰਨਮੈਂਟ ਪਬਲਿਕ ਸਰਵੈਂਟਸ ਨੇ, ਉਹਨਾਂ ਨੂੰ ਤਨਖਾਹ ਮਿਲਦੀ ਲੋਕਾਂ ਦੇ ਕੰਮ ਕਰਨ ਵਾਸਤੇ, ਉਹ ਵੀ ਇੱਕ ਗਵਰਨਮੈਂਟ ਨੌਕਰੀ ਕਹਿ ਸਕਦੇ ਆ ਆਪਾਂ। ਉਹਦੇ ਵਿੱਚ ਕੀ ਹੈ, ਲੋਕੀ ਸਮਰਥਨ ਦਿੰਦੇ ਨੇ ਤੁਹਾਨੂੰ। ਅੱਜ ਕੱਲ ਸਾਨੂੰ ਲੋਕਾਂ ਨੇ ਸਮਰਥਨ ਨਹੀਂ ਦਿੱਤਾ, ਇੱਥੇ ਲੱਖਾਂ ਲੋਕੀ ਬੈਠੇ ਆ ਸਾਨੂੰ ਸਮਰਥਨ ਦੇਣ ਵਾਸਤੇ। ਇਸ ਤੋਂ ਉੱਤੇ ਕੋਈ ਪਦਵੀ ਹੈਗੀ ਹੈ? ਇਸ ਤੋਂ ਉੱਤੇ ਕੋਈ ਪਦਵੀ ਨਹੀਂ ਹੈਗੀ। ਜੇ ਲੋਕਾਂ ਨੇ ਕਿਹਾ ਤਾਂ ਇਲੈਕਸ਼ਨ ਲੜੋਗੇ ਮੋਰਚੇ ਤੋਂ ਪਹਿਲਾਂ ਜਾਂ ਬਾਅਦ? ਵੇਖੋ, ਜੇ ਲੋਕੀ ਕਹਿਣਗੇ ਤੇ ਬਾਕੀ ਮੇਰੇ ਵਾਸਤੇ ਸਭ ਤੋਂ ਪਹਿਲਾਂ ਮੋਰਚਾ ਆ, ਮੋਰਚੇ ਤੋਂ ਉੱਤੇ ਕੁਛ ਨਹੀਂ। ਜੇ ਸੋਨੀਆ ਮਾਨ ਕੱਲ ਜੇਲ੍ਹ 'ਚ ਚਲ ਜਾਂਦੀ, ਤੁਹਾਨੂੰ ਲੱਗਦਾ ਕਿ ਸੋਨੀਆ ਮਾਨ ਦੇ ਦਿਮਾਗ ਦੇ ਵਿੱਚ ਜੇ ਇਲੈਕਸ਼ਨ ਹੁੰਦੀ ਤੇ ਸੋਨੀਆ ਮਾਨ ਕੱਲ ਜਾਂਦੀ ਉੱਥੇ? ਕਿਉਂਕਿ ਸੋਨੀਆ ਮਾਨ ਨੂੰ 6 ਮਹੀਨੇ ਕੀ ਸਾਲ ਕੀ 2 ਸਾਲ ਜੇਲ੍ਹ ਦੇ ਅੰਦਰ ਰਹਿਣਾ ਪੈ ਸਕਦਾ ਸੀਗਾ। ਤੇ ਇਲੈਕਸ਼ਨ ਕਦੋਂ ਆ?
ਆ 6 ਮਹੀਨਿਆਂ ਬਾਅਦ ਆਈ ਥਿੰਕ ਫਰਵਰੀ 'ਚ ਹੋਊਗੀ ਤੇ ਫਿਰ ਮੇਰੇ ਦਿਮਾਗ 'ਚ ਇਲੈਕਸ਼ਨ ਹੈਗੀ ਹੈ। ਜੇ ਮੇਰੇ ਦਿਮਾਗ 'ਚ ਇਲੈਕਸ਼ਨ ਹੁੰਦੀ ਤੇ ਕੱਲ ਮੈਂ ਉੱਥੇ ਨਹੀਂ ਜਾਂਦੀ, ਪਹਿਲੀ ਪਾਰਲੀਮੈਂਟ 'ਚ ਨਹੀਂ ਜਾਂਦੀ, ਕਿਉਂਕਿ ਮੇਰੇ ਨਾਲ ਕੁਝ ਵੀ ਹੋ ਸਕਦਾ ਸੀਗਾ। ਮੇਰੇ ਵਾਸਤੇ ਇੱਥੋਂ ਪ੍ਰੂਫ ਹੁੰਦਾ ਹੈ ਕਿ ਮੇਰੇ ਵਾਸਤੇ ਮੋਰਚਾ ਸਭ ਤੋਂ ਪਹਿਲੋਂ ਆ, ਉਸ ਤੋਂ ਬਾਅਦ ਇਲੈਕਸ਼ਨ ਆ। ਮੈਂ ਆਪਣੇ ਮੋਰਚੇ ਵਾਸਤੇ ਕੁਝ ਵੀ ਕਰ ਸਕਦੀ ਹਾਂ। ਇਲੈਕਸ਼ਨ ਤੇ ਲੋਕਾਂ ਵਾਸਤੇ ਹੀ ਲੜਨਾ ਹੈ, ਹੁਣ ਵੀ ਲੋਕਾਂ ਵਾਸਤੇ ਲੜ ਰਹੀ ਹਾਂ, ਕੱਲ ਨੂੰ ਵੀ ਲੋਕਾਂ ਵਾਸਤੇ ਲੜੂੰਗੀ। ਜੋ ਲੋਕੀ ਕਹਿਣਗੇ ਉਹਨਾਂ ਦਾ ਸਮਰਥਨ ਕਰੂੰਗੀ। ਸਿਆਸੀ ਪਾਰਟੀਆਂ ਅਪਰੋਚ ਕਰਦੀਆਂ? ਸਾਰੀਆਂ ਕਰਦੀਆਂ ਨੇ, ਪਰ ਸਿਆਸੀ ਪਾਰਟੀਆਂ ਅਪਰੋਚ ਕਰਦੀਆਂ ਨੇ, ਬਟ ਸਿਆਸੀ ਪਾਰਟੀਆਂ ਦੇ ਖਿਲਾਫ ਮੈਂ ਬੋਲਦੀ ਹਾਂ ਇਸ ਟਾਈਮ ਦੇ ਉੱਤੇ। ਸਿਆਸੀ ਪਾਰਟੀਆਂ ਨੂੰ ਮੈਂ ਇਹ ਕਹਿੰਦੀ ਹਾਂ ਵੀ ਇਸ ਟਾਈਮ ਤੇ ਤੁਸੀਂ ਮੋਰਚੇ ਦਾ ਸਮਰਥਨ ਕਰੋ, ਤੁਹਾਨੂੰ ਮੋਰਚੇ ਦਾ ਸਮਰਥਨ ਕਰਨਾ ਚਾਹੀਦਾ ਹੈ, ਵਿਚ ਇਜ਼ ਰੀਅਲੀ ਇੰਪੋਰਟੈਂਟ। ਆਪਣੀ ਪੰਜਾਬ ਦੀ ਅਣਖ ਆ ਇਸ ਟਾਈਮ ਦੇ ਉੱਤੇ। ਪਹਿਲਾਂ ਮੈਂ ਮੋਰਚੇ ਦੀ ਸੇਵਾ ਕਰ ਲਾਂ, ਜੇ ਲੋਕੀ ਕਹਿਣਗੇ ਤੇ ਬਾਅਦ ਚ ਉਹ ਦੂਜਾ ਵੇਖਾਂਗੇ। ਜੇ ਭਾਜਪਾ ਵਾਲੇ ਖੇਤੀ ਕਾਨੂੰਨ ਰੱਦ ਕਰ ਦਿੰਦੇ ਆ, ਭਾਜਪਾ ਵਾਲੇ ਕਹਿਣ ਕਿ ਸੋਨੀਆ ਮਾਨ ਨੂੰ ਅਸੀਂ ਮੁੱਖ ਮੰਤਰੀ ਦਾ ਚਿਹਰਾ ਲਾਣ ਦਿੰਦੇ ਆ ਪੰਜਾਬ ਦੇ ਵਿੱਚੋਂ ਚੋਣ ਲੜ, ਬਿਲਕੁਲ ਨਾ। ਉਹ ਕਿਉਂ? ਮੈਨੂੰ ਪੈਸੇ ਜਾਂ ਇਹ ਪਾਵਰ, ਇਹ ਮੁੱਖ ਮੰਤਰੀ ਦੀ ਕੁਰਸੀ ਦਾ ਮੈਨੂੰ ਕੋਈ ਲਾਲਚ ਨਹੀਂ ਹੈਗਾ। ਮੈਂ ਆਪਣੇ ਕਿਸਾਨਾਂ ਦੀ ਮੁੱਖ ਮੰਤਰੀ ਆਲਰੇਡੀ ਇੱਥੇ ਬਣ ਕੇ ਬੈਠੀ ਹੋਈ ਹਾਂ। ਇਸ ਤੋਂ ਉੱਤਲਾ ਕਰਾਊਨ ਮੇਰੇ ਲਈ ਹੈਗਾ ਨਹੀਂ। ਮੈਂ ਤੁਹਾਨੂੰ ਕਹਿ ਦੇ ਦਿੱਤਾ, ਕਿਸਾਨਾਂ ਨੇ ਮੈਨੂੰ ਮੈਂਬਰ ਆਫ ਪਾਰਲੀਮੈਂਟ ਬਣਾਤਾ, ਮੈਂ ਕੱਲ ਸਪੀਚ ਦੇ ਦਿੱਤੀ। ਇਸ ਤੋਂ ਉੱਤੇ ਦੀ ਕੋਈ ਰਿਸਪੈਕਟ ਹੈਗੀ ਹੈ ਕਿਤੇ? ਮੈਂ ਭਾਜਪਾ ਦੀ ਕੁਰਸੀ ਨੂੰ ਕੀ ਕਰਨਾ ਹੈ? ਮੈਂ ਸਿੱਧੂ ਨਹੀਂ ਆ। ਬਿਲਕੁਲ। ਇਸ ਸੋਨੀਆ ਮਾਨ ਕਾਫੀ ਗੱਲਾਂ ਬਾਤਾਂ ਕੀਤੀਆਂ ਨੇ ਇਸ ਮੋਰਚੇ ਨੂੰ ਲੈ ਕੇ, ਇਸ ਅੰਦੋਲਨ ਨੂੰ ਲੈ ਕੇ, ਜੋ ਕਿਸਾਨਾਂ ਦੀ ਸੰਸਦ ਲੱਗੀ ਆ ਉਸ ਨੂੰ ਲੈ ਕੇ, ਔਰ ਪੰਜਾਬ ਦੀ ਸਿਆਸਤ ਵੱਡੀ ਗੱਲ, ਕਿਉਂਕਿ ਪੰਜਾਬ ਦੀ ਸਿਆਸਤ ਜੇਕਰ ਚੰਗੀ ਨਹੀਂ ਹੁੰਦੀ, ਹੁਣ ਇਲਜ਼ਾਮ ਤਾਂ ਇਹੀ ਲੱਗਦੇ ਆ ਨਾ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਆ ਉਸੇ ਤਰ੍ਹਾਂ ਵਿਕ ਰਿਹਾ, ਪੰਜਾਬ ਦੇ ਵਿੱਚ ਰੇਤ ਮਾਫੀਆ ਉਸੇ ਤਰ੍ਹਾਂ ਕੰਮ ਕਰ ਰਿਹਾ, ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਜਿਹੜਾ ਰੁਜ਼ਗਾਰ ਨਹੀਂ ਮਿਲਿਆ, ਪੰਜਾਬ ਦੇ ਵਿੱਚ ਕਰਜ਼ਾ ਮੁਆਫ ਨਹੀਂ ਹੋਇਆ, ਹੋਰ ਵੀ ਜਿਹੜੇ ਮੁੱਦੇ ਸੀਗੇ ਸਰਕਾਰ ਨੇ ਜੋ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਸੀਗੇ ਉਹ ਵੀ ਪੂਰੇ ਨਹੀਂ ਕੀਤੇ। ਇਸ ਕਰਕੇ ਬਦਲਾਅ ਦੀ ਲੋੜ ਹੈ, ਤਾਂ ਉਹ ਬਦਲਾਅ ਜਿਹੜਾ ਉਹ ਆਉਣਾ ਚਾਹੀਦਾ ਹੈ। ਹਾਲਾਂਕਿ ਜਿਹੜੇ ਮੋਰਚੇ ਦੇ ਆਗੂ ਨੇ, ਜਾਂ ਫਿਰ ਕਹਿ ਲਈਏ ਕਿ ਜਿਹੜੇ ਇੱਥੇ ਲੋਕ ਨੇ, ਉਹ ਜ਼ਿਆਦਾਤਰ ਇਹੀ ਗੱਲ ਕਹਿੰਦੇ ਆ ਕਿ ਕਿਸਾਨ ਆਗੂ ਜਿੰਨੀ ਦੇਰ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਨੀ ਦੇਰ ਤੱਕ ਸਿਆਸਤ ਦੇ ਵਿੱਚ ਨਹੀਂ ਆਉਣਗੇ। ਹੋਰ ਵੀ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਟਿੱਕਰੀ ਬਾਰਡਰ ਦੀਆਂ ਦਿਖਾਵਾਂਗੇ ਕਿ ਕਿਸ ਤਰ੍ਹਾਂ 8 ਮਹੀਨੇ ਦਾ ਤਕਰੀਬਨ ਸਮਾਂ ਹੋ ਚੱਲਿਆ, ਲੋਕ ਇੱਥੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਕੱਟ ਰਹੇ ਆ, ਇਸ ਅੰਦੋਲਨ ਨੂੰ, ਸੰਘਰਸ਼ ਦੇ ਨਾਲ ਲੜ ਰਹੇ ਆ, ਔਰ ਇਕਜੁੱਟ ਹੋ ਕੇ ਜਿਹੜਾ ਉਹ ਇਸ ਲੜਾਈ ਨੂੰ ਲੜ ਰਹੇ ਨੇ, ਤੇ ਨਾਲ ਦੀ ਨਾਲ ਹੀ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੀ ਇੱਥੋਂ ਸਿੱਖ ਰਿਹਾ। ਕਾਫੀ ਕੁਝ ਸਿੱਖਣ ਨੂੰ ਲੋਕਾਂ ਨੂੰ ਮਿਲ ਰਿਹਾ। ਗੱਲਾਂ ਬਾਤਾਂ ਉਹਨਾਂ ਦੇ ਨਾਲ ਵੀ ਕਰਾਂਗੇ ਕਿ ਅੱਜ 8 ਮਹੀਨਿਆਂ ਨੂੰ ਜਿਹੜੇ ਸਮਾਂ ਹੋਇਆ ਤਾਂ ਸੰਘਰਸ਼ ਨੂੰ ਹੁਣ ਉਹ ਕਿੱਥੇ ਵੇਖਦੇ ਆ, ਔਰ ਕਿਸ ਤਰ੍ਹਾਂ ਜਿਹੜੀ ਆ ਉਹ ਇੱਥੇ ਸੰਘਰਸ਼ ਦੀ ਜਿਹੜੀ ਇਹ ਲੜਾਈ ਲੜ ਰਹੇ ਆ। ਕੈਮਰਾਮੈਨ ਵਿਨੇ ਦੇ ਨਾਲ ਮੈਂ ਜਤਿੰਦਰ ਸਿੰਘ, FYI ਮੀਡੀਆ, ਟਿੱਕਰੀ ਬਾਰਡਰ। Please subscribe our channel and press the bell icon ताकि कोई भी नवी अपडेट तुझे बिल्कुल भी मिस ना करो।